ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰਨੀ ਪਾਤਸ਼ਾਹ ਦਰਵੇਸ਼, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਹਜੂਰ, जिसकी वस्तु तिसाके राखे, भूल छिमो हमरी प्रभापन भूलनहार कहाँ को मोसो, मिल जगदीश मिलन की बरिया, किरपा करनी हजूर। वाहिगुरु जी का खालसा, वाहिगुरु जी की फतेह। आनंद साहब दी पहाड़ी ਦੇ ਦਰਸ਼ਨ ਅਸੀਂ ਕੁਝ ਚਿਰ ਤੋਂ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਦੀ ਉਚਾਰੀ ਹੈ ਪਾਵਨ ਬਾਣੀ, ਮਨ ਨੂੰ ਨਿਹਾਲ ਕਰਦੀ ਹੈ, ਇੱਕ ਐਸੇ ਦੇਸ਼ ਦੇ ਦਰਸ਼ਨ ਕਰਾਉਂਦੀ ਹੈ ਜਿਹਦੇ ਬਾਰੇ ਸਾਨੂੰ ਰੋਜ਼ਮर्रा ਦੇ ਜੀਵਨ ਵਿੱਚ ਗਿਆਨ ਨਹੀਂ ਹੁੰਦਾ ਹੈ। ਐਸੇ ਭੇਦ ਜੀਵਨ ਬਾਰੇ ਦੱਸਦੀ ਹੈ ਜਿਹੜੀ ਉਸ ਪਾਰ ਬ੍ਰਹਮ ਦੇ ਸੁਨੇਹਾ ਲੈ ਕੇ ਆਉਂਦੀ ਹੈ, ਦਰਗਾਹ ਦੀਆਂ ਗੱਲਾਂ ਸਮਝਾਉਂਦੀ ਹੈ। ਸਾਡੇ ਮਨ ਵਿੱਚ ਇਹ ਬਾਣੀ ਉਤਰੇ, ਇਹਦੀ ਵਿਚਾਰ ਕਰਕੇ ਜੀਵਨ ਬਾਰੇ ਕੁਝ ਸਮਝੀਏ, ਕੁਝ ਜਾਣੀਏ। 22ਵੀਂ ਪੌੜੀ ਅੱਜ ਵਿਚਾਰਨੀ ਹੈ। 22nd ਪੌੜੀ। ਅਸੀਂ ਜੀਵਨ ਵਿੱਚ ਕੁਝ ਵੀ ਡਿਸੀਜਨ ਲੈਂਦੇ ਹਾਂ ਤਾਂ ਉਹਦਾ ਆਧਾਰ ਕੀ ਹੁੰਦਾ ਹੈ? ਜੋ ਸਾਡੀ ਪ੍ਰੈਜ਼ੈਂਟ ਸਰਕਮਸਟੈਂਸਸ ਹਨ, ਉਸੇ ਦੇ ਆਧਾਰ ਤੇ ਅਸੀਂ ਆਪਣੀ ਡਿਸੀਜਨਸ ਲੈਂਦੇ ਹਾਂ। ਯਾਨੀ ਮੈਂ ਆਪਣੀ परिस्थिति ਨੂੰ, सिचुएशन ਨੂੰ ਚੇਂਜ ਕਰਨਾ ਚਾਹੁੰਦਾ ਹਾਂ, ਤਾਂ ਹੀ ਮੈਂ ਕੁਝ ਬਦਲਾਵ ਆਪਣੇ ਜੀਵਨ ਵਿੱਚ ਲਿਆਉਣਾ ਚਾਹੁੰਦਾ ਹਾਂ। ਇਸ ਬਦਲਾਵ ਦਾ ਮਤਲਬ ਕੀ ਹੈ? ਜਿੱਥੇ ਮੈਂ ਹਾਂ, ਜਿਸ परिस्थिति ਵਿੱਚ ਮੈਂ ਹਾਂ, ਜਾਂ ਤੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਿਹਤਰ ਮੇਰੀ ਅਵਸਥਾ ਹੋਣੀ ਚਾਹੀਦੀ ਹੈ, ਜਾਂ ਫਿਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਇਸ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ। ਇਸ ਆਜ਼ਾਦੀ ਦੇ ਦਰਸ਼ਨ ਮੁਕਤ ਸ਼ਬਦ ਦੇ ਨਾਲ ਇਸ ਪੌੜੀ ਵਿੱਚ ਸਾਡੇ ਸਾਹਮਣੇ ਆਉਣਗੇ। ਮੁਕਤੀ ਦੀ ਗੱਲ ਅੱਜ ਗੁਰੂ ਨੇ ਚਲਾਈ ਹੈ। ਫਿਰ ਗੁਰੂ ਦਾ ਜੀਵਨ ਵਿੱਚ ਕੀ ਰੋਲ ਹੈ ਔਰ ਇਹ ਮੁਕਤੀ ਹੈ ਕੀ, ਇਹ ਵਿਚਾਰਨਾ ਜ਼ਰੂਰੀ ਹੈ। ਮੈਨੂੰ ਨਹੀਂ ਪਤਾ ਮੈਂ ਮੁਕਤੀ ਲੱਭ ਰਿਹਾ ਹਾਂ, ਪਰ ਕਿਸੇ ਹੱਦ ਤੱਕ ਜੀਵਨ ਦੇ ਕੁਝ ਪਹਿਲੂ ਮੁਕਤ ਹਨ। ਸਮੇਂ ਤੋਂ ਮੈਂ ਆਜ਼ਾਦ ਹੋ ਕੇ ਚੱਲਦਾ ਹਾਂ, ਮੁਕਤੀ ਹੁੰਦੀ ਹੈ। ਫਿਜ਼ੀਕਲੀ ਮੁਕਤੀ ਅਸੀਂ ਸਾਰੇ ਜਾਣਦੇ ਹਾਂ। ਜੇਲ੍ਹ ਤੋਂ ਸਾਨੂੰ ਕਿੰਨਾ ਡਰ ਲੱਗਦਾ ਹੈ। ਸਾਡੀ ਫਿਜ਼ੀਕਲ ਆਜ਼ਾਦੀ ਖੋਹ ਲਈ ਜਾਂਦੀ ਹੈ। ਫਿਰ ਮਾਨਸਿਕ ਸੋਚ ਹੈ, ਫਿਰ ਉਹਦੇ ਨਾਲ ਇਮੋਸ਼ਨਲ ਮੁਕਤੀ ਹੈ, ਔਰ ਅਧਿਆਤਮ ਵਿੱਚ ਕਿਹੜੀ ਅਵਸਥਾ ਦੀ ਗੱਲ ਗੁਰੂ ਚਲਾਉਂਦੇ ਹਨ ਜਦੋਂ ਗੁਰੂ ਕਹਿੰਦੇ ਹਨ ਮੁਕਤੀ ਹੈ। ਮੈਨੂੰ ਨਹੀਂ ਪਤਾ ਕਿ ਜੀਵਨ ਇੱਕ ਇਹੋ ਜਿਹਾ ਬੰਧਨ ਹੈ ਜਿਸ ਤੋਂ ਮੁਕਤ ਹੋਣਾ ਹੈ। ਕਿਵੇਂ ਮੁਕਤ ਹੋਣਾ ਹੈ ਔਰ ਕਿਉਂ ਹੋਣਾ ਹੈ, ਇਹ ਸ਼ਾਇਦ ਅਸੀਂ ਸਮਝ ਲਈਏ ਤਾਂ ਸਾਨੂੰ ਜੀਵਨ ਬਾਰੇ ਕੁਝ ਸਮਝ ਆ ਜਾਏ। ਮੈਂ ਜੋ ਵੀ ਹਾਂ, ਜਿੱਥੇ ਵੀ ਹਾਂ, ਕਿਸੇ ਹੱਦ ਤੱਕ ਮੈਨੂੰ
ਮੇਰੇ ਕਰਮਾਂ ਕਰਕੇ ਮੈਂ ਚਾਲ ਵਿੱਚ ਚਲਾਂਗਾ, ਯਾਨੀ ਮੈਂ ਇਸ ਸਮੇਂ ਤੋਂ ਮੁਕਤ ਹੋ ਜਾਵਾਂਗਾ, ਅਗਲੇ ਸਮੇਂ ਵਿੱਚ ਪੈਰ ਰੱਖ ਲਵਾਂਗਾ, ਯਾਨੀ ਮੈਂ ਇਸ ਅਵਸਥਾ ਤੋਂ ਮੁਕਤ ਹੋ ਹੀ ਜਾਵਾਂਗਾ, ਕਿਉਂਕਿ ਚੇਂਜ ਆਏਗਾ ਹੀ ਜੀਵਨ ਵਿੱਚ। ਤਾਂ ਕਿਸੇ ਹੱਦ ਤੱਕ ਮੁਕਤੀ ਔਰ ਬੰਧਨ ਦੋਨੋਂ ਨਾਲ ਚੱਲਦੇ ਹਨ। ਪਰ ਜਦੋਂ ਗੁਰੂ ਮੁਕਤੀ ਦੀ ਗੱਲ ਕਰਦਾ ਹੈ ਤੇ ਉਸ ਦਾ ਕੀ ਆਧਾਰ ਹੈ, ਉਹਦਾ ਕੀ ਮਤਲਬ ਹੈ? ਅਧਿਆਤਮ ਵਿੱਚ ਕੀ ਮੁਕਤੀ ਹੈ? ਜਪਜੀ ਸਾਹਿਬ ਵਿੱਚ ਮਹਾਰਾਜ ਨੇ ਸਮਝਾਇਆ ਹੈ ਸਾਨੂੰ ਕਿ ਜਦੋਂ ਅਸੀਂ ਬੀਜ ਬੋਵਾਂਗੇ ਤੇ ਉਹਦਾ ਫਲ ਵੀ ਸਾਨੂੰ ਹੀ ਖਾਣਾ ਪਏਗਾ। ਨਾਨਕ ਹੁਕਮੀ ਆਵੋ ਜਾਓ, ਫਿਰ ਅਸੀਂ ਇੱਕ ਬੰਧਨ ਵਿੱਚ ਬੰਨੇ ਜਾਵਾਂਗੇ, ਯਾਨੀ ਮੈਂ ਆਪਣੇ ਕਰਨ ਕਰਕੇ ਇੱਕ ਬੰਧਨ ਵਿੱਚ ਹਾਂ। ਔਰ ਗੁਰੂ ਵੀ ਇਹ ਦੱਸਦਾ ਹੈ, ਲੇਖਾ ਕਤੂ ਨਾ ਛੁੱਟੀਏ। ਇਹ ਜਿਹੜਾ ਲੇਖਾ ਹੈ ਇਹ ਛੁੱਟਿਆ ਨਹੀਂ ਹੈ, ਕਦੇ ਵੀ ਨਹੀਂ ਛੁੱਟੇਗਾ, ਕਦੇ ਵੀ ਨਹੀਂ, ਕਿਉਂਕਿ ਜਿਹੜਾ ਹਰ ਇੱਕ ਐਕਸ਼ਨ ਹੈ ਮੇਰਾ ਜੀਵਨ ਦਾ, ਉਸ ਦੇ ਕਈ ਪਲੇਨਸ ਵਿੱਚ ਰਿਪਰਕਸ਼ਨਸ ਹੈਗੇ, ਔਰ ਉਹਦਾ ਗਿਆਨ ਮੈਨੂੰ ਨਹੀਂ ਹੈ। ਮੈਂ ਆਪਣੇ ਹੀ ਸੀਮਿਤ ਦਾਇਰੇ ਵਿੱਚ ਜੀਵਨ ਜੀ ਰਿਹਾ ਹਾਂ, ਔਰ ਉਸੇ ਦੇ ਵਿੱਚ ਸਹੀ ਔਰ ਗਲਤ ਦੇ ਹਿਸਾਬ ਨਾਲ ਜੀਵਨ ਵਿੱਚ ਪੈਰ ਰੱਖਦਾ ਹਾਂ। ਪਰ ਜੀਵਨ ਬਹੁਤ ਪਹਿਲੂਆਂ ਦੀ, ਪਰਤਾਂ ਦੀ ਇੱਕ ਮਿਲਨ ਹੈ, ਔਰ ਇੱਥੇ ਲੇਖਾ ਹਰ ਕਦਮ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਜਾਣੀਏ ਅਸੀਂ ਘਰੋਂ ਨਿਕਲੇ ਔਰ ਕਿਸੇ ਚੀਟੀ ਤੇ ਮੇਰਾ ਪੈਰ ਆ ਗਿਆ, ਤਾਂ ਲਾਜ਼ਮੀ ਹੈ ਕਿ ਕੁਦਰਤ ਹੁਣ ਉਸ ਦੀ ਦੇਣਦਾਰੀ ਮੇਰੇ ਤੋਂ ਮੰਗੇਗੀ। ਕਿਸੇ ਦੇ ਜੀਵਨ ਵਿੱਚ ਮੈਂ ਇੰਟਰਵੀਨ ਕੀਤਾ ਔਰ ਉਸ ਨੂੰ ਚੇਂਜ ਕੀਤਾ, ਉਸ ਦੇ ਕਰਮ ਮੇਰੇ ਤੇ ਆ ਜਾਣਗੇ। ਇਹੀ ਜੀਵਨ ਮੈਂ ਜਾਣਦਾ ਹਾਂ, ਪਰ ਮੈਂ ਇਹਦੇ ਰਿਪਰਕਸ਼ਨਸ ਨੂੰ ਨਹੀਂ ਜਾਣਦਾ। ਇਸ ਮੁਕਤੀ ਔਰ ਬੰਧਨ ਦੀ ਜੋ ਚਾਲ ਹੈ ਜੀਵਨ ਦੀ, ਇਹਦੇ ਵਿੱਚ ਮੇਰਾ ਗਿਆਨ ਨਹੀਂ ਹੈ ਮਹਾਰਾਜ। ਅੱਜ ਗੁਰੂ ਦਾ ਪਹਿਲੂ ਕੀ ਹੈ ਔਰ ਮੁਕਤੀ ਕੀ ਹੈ, ਇਹ 22ਵੀਂ ਪੌੜੀ ਵੀਰ ਭੈਣ ਪੜ੍ਹਦੇ ਨੇ, ਫਿਰ ਇਹਦੀ ਵਿਚਾਰ ਵਿੱਚ ਅਸੀਂ ਉਤਰਦੇ ਹਾਂ, ਕੁਝ ਸ਼ਾਇਦ ਜੀਵਨ ਬਾਰੇ ਸਮਝ ਆਏ। ਧੰਨਵਾਦ। ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋਂ ਵਿਵੇਕਿਆ ਜਾਏ। ਅਨੇਕ ਜੂਨੀ ਪਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਵਾਹਿਗੁਰੂ ਕਾ ਖਾਲਸਾ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਜਿਸ ਪਹਿਲੂ ਤੇ ਜੀਵਨ ਨੂੰ ਜਾਣਦਾ ਹੈ, ਸਾਨੂੰ ਮਹਾਰਾਜ ਉਸ ਵੱਲ ਇਨਵਾਈਟ ਕਰਦੇ ਹਨ ਕਿ ਇਸ ਜੀਵਨ ਨੂੰ ਵਿਚਾਰੀਏ, ਸਮਝੀਏ ਕਿ ਜੀਵਨ ਕੀ ਹੈ ਔਰ ਇਸ ਤੋਂ ਮੁਕਤ ਕਿਵੇਂ ਹੋ ਸਕਦਾ ਹਾਂ। ਜਿਵੇਂ ਇੱਕ ਕੋਹਲੂ ਦਾ ਬੈਲ ਹੈ, ਉਹ ਬੰਨਿਆ ਹੋਇਆ ਆਪਣੇ ਮਾਲਕ ਦਾ, ਔਰ ਉਹ ਗੋਲ ਗੋਲ ਘੁੰਮਦਾ ਹੀ ਹੈ, ਔਰ ਉਸੇ ਤੋਂ ਕੋਹਲੂ ਚੱਲਦਾ ਹੈ ਔਰ ਤੇਲ ਨਿਕਲਦਾ ਹੈ। ਉਸ ਨੂੰ ਸ਼ਾਇਦ ਪੂਰੀ ਤਰ੍ਹਾਂ ਗਿਆਨ ਨਹੀਂ ਹੈ ਕਿ ਜੀਵਨ ਇੱਕ ਰੈਪੀਟੇਟਿਵ ਸੈਸ਼ਨ ਵਿੱਚ ਚੱਲਦਾ ਪਿਆ ਹੈ, ਔਰ ਇਹਦੇ 'ਚ ਸੁੱਖ ਔਰ ਦੁੱਖ ਦੇ ਚੇਂਜ ਵਿੱਚ ਸਦਾ ਹੀ ਪੀਸਿਆ ਜਾ ਰਿਹਾ ਹੈ, ਜਿਵੇਂ ਸਾਡਾ ਜੀਵਨ ਪੀਸਿਆ ਜਾਂਦਾ ਹੈ। ਔਰ ਸਮਾਂ ਔਰ ਜੀਵਨ, ਇਹਦਾ ਫੋਕਸ ਕੀ ਹੈ? ਗੁਰੂ ਇਸ ਬਾਰੇ ਬੜੇ ਕਲੀਅਰ ਹਨ ਕਿ ਸਾਰੀ ਸ੍ਰਿਸ਼ਟੀ ਇੱਕ ਅੰਮ੍ਰਿਤ ਨੂੰ ਖੋਜ ਰਹੀ ਹੈ,
ਇੱਕ ਸਦਾ ਸੁੱਖ ਦਾ ਜੀਵਨ ਖੋਜ ਰਹੀ ਹੈ, ਜਿਹੜਾ ਆਨੰਦ ਦਾ ਜੀਵਨ ਹੈ, ਜਿਹਦੇ 'ਚ ਕੋਈ ਕੰਡੀਸ਼ਨਸ ਨਹੀਂ। ਸੌਰੀ, ਮੈਂ ਭੁੱਲ ਹੀ ਗਿਆ। ਵਾਹਿਗੁਰੂ ਜੀ। ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਸਾਨੂੰ ਜੀਵਨ ਦੇ ਉਤਲੇ ਪਹਿਲੂ ਨੂੰ ਸਮਝਣ ਲਈ ਇਨਵਾਈਟ ਕਰਦਾ ਹੈ। ਸਾਨੂੰ ਇਨਵਾਈਟ ਕਰ ਰਿਹਾ ਹੈ ਕਿ ਵਿਚਾਰ ਕੇ ਦੇਖੋ ਕਿ ਗੁਰੂ ਦੇ ਬਿਨਾਂ ਕੋਈ ਹੋਰ ਰਸਤਾ ਹੈ। ਇਹ ਬਹੁਤ ਹੀ ਡੂੰਘੀ ਵਿਚਾਰ ਹੈ, ਔਰ ਇਹਨੂੰ ਸਮਝਣ ਵਾਸਤੇ ਸਾਨੂੰ ਜੀਵਨ ਦਾ ਤੱਤ ਸਮਝਣਾ ਪਏਗਾ। ਜੀਵਨ ਹੈ ਕੀ, ਇਹਦਾ ਫੋਕਸ ਕੀ ਹੈ। ਜਦੋਂ ਅਸੀਂ ਕਰਮਾਂ ਦੇ ਅੰਦਰ ਜੀ ਰਹੇ ਹਾਂ ਤਾਂ ਜਿਵੇਂ ਗੁਰੂ ਨੇ ਜਪਜੀ ਸਾਹਿਬ ਵਿੱਚ ਸਮਝਾਇਆ ਹੈ ਕਿ ਕਰਮ ਦੀ ਬੀਜ ਦੇ ਬੋਏ ਅਸੀਂ ਉਹਦੇ ਵਿੱਚ ਹੀ ਫਸੇ ਜਾਂਦੇ ਹਾਂ। ਉਹ ਬੀਜ ਹੀ ਸਾਨੂੰ ਹੁਣ ਸਾਡਾ ਬੰਧਨ ਬਣ ਗਿਆ ਹੈ। ਅਸੀਂ ਆਜ਼ਾਦ ਨਹੀਂ ਹਾਂ ਉਸ ਤੋਂ। ਜਦੋਂ ਤੱਕ ਉਸ ਬੀਜ ਦਾ ਫਲ ਅਸੀਂ ਨਹੀਂ ਭੋਗਦੇ, ਅਸੀਂ ਉਸ ਤੋਂ ਆਜ਼ਾਦ ਨਹੀਂ ਹੁੰਦੇ ਹਾਂ। ਇਹ ਗੱਲ ਜਾਣਨੀ ਸਾਨੂੰ ਜ਼ਰੂਰੀ ਹੈ। ਜਿਸ ਵੀ ਅਵਸਥਾ ਵਿੱਚ ਮੇਰਾ ਜੀਵਨ ਅੱਜ ਹੈ, ਜੋ ਵੀ ਮੈਂ ਜੀਵਨ ਬਾਰੇ ਜਾਣਦਾ ਹਾਂ, ਜੀਵਨ ਦੇ ਵਿੱਚ ਜੋ ਸਹਿਜਤਾ ਹੈ, ਜੋ ਤ੍ਰਿਪਤਤਾ ਹੈ, ਜਿਸ ਨੂੰ ਤ੍ਰਿਪਤ ਅਗਾਏ ਕਿਹਾ ਹੈ ਬਾਣੀ ਵਿੱਚ, ਕੰਪਲੀਟਲੀ ਫੁਲਫਿਲਡ, ਜਦੋਂ ਮਨ ਪੂਰਾ ਭਿੱਜ ਗਿਆ ਹੈ ਨਾਮ ਨਾਲ, ਜਦੋਂ ਆਨੰਦ ਦੇ ਦਰਸ਼ਨ ਮੈਨੂੰ ਹੁਣ ਕੁਝ ਵੀ ਮੰਗਣ ਔਰ ਲੱਭਣ ਦੀ ਚਾਹ ਨਹੀਂ ਰੱਖਦੇ, ਫਿਜ਼ੀਕਲ ਮੋਡ ਤੇ ਰੱਖਣ ਚਾਹੇ, ਬੜਾ ਅਧਿਆਤਮਕ ਤੌਰ ਤੇ ਮਨ ਹੁਣ ਸਹਿਜ ਵਿੱਚ ਆ ਗਿਆ ਹੈ, ਠਹਿਰ ਗਿਆ ਹੈ, ਭ੍ਰਮਣ ਵਿੱਚ ਨਹੀਂ ਹੈ, ਆਵਾਗਮਨ ਵਿੱਚ ਨਹੀਂ ਹੈ, ਮੂਵਮੈਂਟ ਵਿੱਚ ਨਹੀਂ ਹੈ। ਮੇਰਾ ਮਨ ਮੂਵਮੈਂਟ ਵਿੱਚ ਕਿਉਂ ਜਾਂਦਾ ਹੈ? ਕਿਉਂਕਿ ਮੈਂ ਲੱਭ ਰਿਹਾ ਹਾਂ ਕੁਝ। ਅਗਰ ਜੋ ਕੁਝ ਮੈਂ ਲੱਭਦਾ ਹਾਂ ਮੈਂ ਪਾ ਲਿਆ ਔਰ ਉਹਦੇ ਵਿੱਚ ਤ੍ਰਿਪਤ ਹੋ ਗਿਆ, ਸੰਤੁਸ਼ਟ ਹੋ ਗਿਆ, ਸੇਸ਼ੀਏਟ ਹੋ ਗਿਆ, ਤਾਂ ਫਿਰ ਮੈਂ ਬਾਹਰ ਮੁਖੀ ਜੀਵਨ ਵਿੱਚ ਕੁਝ ਹੋਰ ਨਹੀਂ ਲੱਭਾਂਗਾ। ਨੀਡਸ ਲੱਭਾਂਗਾ ਚਾਹੇ, ਪਰ ਮੈਂ ਆਪਣੀ ਮਨ ਦੀ ਪਰਿਪੂਰਨਤਾ, ਕੰਪਲੀਟਨੈਸ ਮਨ ਦੀ ਨਹੀਂ ਲੱਭਾਂਗਾ ਬਾਹਰ, ਕਿਉਂਕਿ ਉਹ ਮੈਨੂੰ ਮਿਲ ਗਈ ਹੈ ਅੰਦਰ। ਜਦ ਤੱਕ ਅਸੀਂ ਇਸ ਅਵਸਥਾ ਨੂੰ ਨਹੀਂ ਜਾਣ ਲੈਂਦੇ, ਆਪਣੇ ਮਨ ਦੇ ਅੰਦਰ ਹੀ ਵਿਰਾਜਮਾਨ ਇੱਕ ਆਨੰਦ ਔਰ ਨਿਰੰਕਾਰ ਦੇ ਦਰਸ਼ਨ ਔਰ ਪ੍ਰਤੀਬਿੰਬ ਨੂੰ ਨਹੀਂ ਜੀ ਲੈਂਦੇ, ਤਦ ਤੱਕ ਅਸੀਂ ਭਟਕਦੇ ਹਾਂ। ਔਰ ਇਹ ਭਟਕਣ ਇੱਕ ਟਰੈਪ ਦੀ ਤਰ੍ਹਾਂ ਸਾਨੂੰ ਉਲਝਾਇਆ ਰੱਖਦਾ ਹੈ। ਕਰਮ ਵਿੱਚ ਅਸੀਂ ਜੀ ਰਹੇ ਹਾਂ, ਨਦਰ ਵਿੱਚ ਨਹੀਂ ਜੀ ਰਹੇ। ਇਸ ਕਰਕੇ ਕਰਮ ਦੇ ਬੀਜ ਬੋਏ ਜਾਂਦੇ ਹਨ ਔਰ ਉਸ ਤੋਂ ਆਜ਼ਾਦ ਨਹੀਂ ਹੋ ਪਾਉਂਦੇ ਅਸੀਂ। ਹੁਣ ਇਹ ਟਰੈਪ ਕੰਪਲੀਟ ਹੋ ਗਿਆ ਹੈ। ਅਸੀਂ ਡਿਸੀਜਨਸ ਲੈਂਦੇ ਹਾਂ ਆਪਣੇ ਭਲੇ ਲਈ। ਇਹ ਸੋਚ ਕੇ ਅਸੀਂ ਡਿਸੀਜਨਸ ਲੈਂਦੇ ਹਾਂ ਕਿ ਜੀਵਨ ਵਿੱਚ ਮੈਂ ਜੋ ਵੀ ਕਰ ਰਹਾਂਗਾ ਆਪਣੇ ਭਲੇ ਲਈ ਕਰ ਰਿਹਾ ਹਾਂ, ਪਰ ਮੈਨੂੰ ਆਪਣਾ ਭਲਾ ਔਰ ਬੁਰਾ ਆਪ ਹੀ ਨਹੀਂ ਪਤਾ ਹੈ। ਮੈਨੂੰ ਨਹੀਂ ਪਤਾ ਹੈ ਕਿ ਮੇਰਾ ਚੰਗਾ ਕਿੱਥੇ ਹੈ, ਕਿਉਂਕਿ ਮੈਂ ਜਿਸ ਵਸਤੂ ਦਾ ਮਾਲਕ ਹਾਂ ਉਹਦਾ ਪੂਰਾ ਗਿਆਨ ਮੈਨੂੰ ਆਪ ਨਹੀਂ ਹੈ। ਇਸ ਮਨ ਦਾ ਮੈਨੂੰ ਗਿਆਨ ਨਹੀਂ ਹੈ ਇਹ ਕੀ ਹੈ। ਇਸ ਮਨ ਦੇ ਅੰਤਰਤ ਹੈ ਕੀ ਵਸਦਾ ਹੈ ਉਹਦਾ ਮੈਨੂੰ ਗਿਆਨ ਨਹੀਂ ਹੈ। ਮੈਂ ਸਿਰਫ ਇੱਕ ਮਾਈਂਡ ਨੂੰ ਜਾਣਦਾ ਹਾਂ ਜਿਹੜਾ ਮੂਵਿੰਗ ਮਾਈਂਡ ਹੈ, ਥਾਟਸ ਦਾ ਮਨ ਹੈ। ਉਸ ਤੋਂ ਅੱਗੇ ਕੀ ਹੈ ਉਹਨੂੰ ਮੈਂ ਨਹੀਂ ਜਾਣਦਾ। ਜੀਵਨ ਹੈ ਕੀ? ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਹੈ ਕਿ ਜੀਵਨ ਹਉਮੈ ਤੋਂ ਪ੍ਰਗਟ ਹੁੰਦਾ ਹੈ। ਜਿਵੇਂ ਸਿੱਧ ਗੋਸ਼ਟ ਦੇ ਵਿੱਚ ਪ੍ਰਸ਼ਨ ਆਇਆ, ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਇਹ ਜਗ ਕਿਵੇਂ ਉਪਜਦਾ ਹੈ ਔਰ ਇਹਦੇ ਚੋਂ ਦੁੱਖ ਕਿਵੇਂ ਬਿਨਸੇਗਾ?
ਦੁੱਖ ਤੋਂ ਆਜ਼ਾਦੀ ਕਿਵੇਂ ਹੋਏਗੀ? ਤਾਂ ਇਹ ਜਿਹੜੀ ਮੁਕਤੀ ਅਸੀਂ ਲੱਭਦੇ ਹਾਂ, ਇਹ ਦੁੱਖ ਤੋਂ ਆਜ਼ਾਦੀ ਹੈ। ਮਹਾਰਾਜ ਨੇ ਕਿਹਾ, ਹਉਮੈ ਵਿੱਚ ਜਗ ਉਪਜੇ ਪੁਰਖਾ। ਹਉਮੈ ਇੱਕ ਮਾਇਆ ਹੈ, ਇੱਕ ਇਹੋ ਜਿਹੀ ਅਵਸਥਾ ਹੈ ਜਿਹੜੀ ਟੈਂਪਰੇਰੀ ਕ੍ਰੀਏਸ਼ਨ ਹੈ ਨੇਚਰ ਦੀ। ਗੁਰੂ ਅਮਰਦਾਸ ਨੇ ਸਮਝਾਇਆ है सानू कि जैसी अगन है गर्भ में, तैसी बाहर माया। माया अगन दोहे इक्को जही, करते खेल रचाया। गर्भ विच जिहड़ी हीट है वो बच्चे नूं नर्चर करती है, पालती है। वो टैंपररी है, सदा लई नहीं है। कुछ समय लई बच्चे दा पालन पोषण दी विधि एक खेल रचिया है निरंकार ने, नेचर ने। इसे तरह जदों असी जीवन विच पैर रखते हाँ तां माया दे विच असी उलझ के ही पैर रखते हाँ। ਉਹਦੇ ਬਿਨਾਂ ਅਸੀਂ ਜੀਵਨ ਨੂੰ ਨਹੀਂ ਜਾਣ ਪਾਵਾਂਗੇ। ਜੇ ਇੱਕ ਸਮੇਂ ਲਈ ਸੋਚਿਆ ਜਾਏ ਕਿ ਮਾਇਆ ਨਹੀਂ ਹੈ ਤਾਂ ਫਿਰ ਸਿਰਫ ਨਿਰੰਕਾਰ ਹੈ, ਕੋਈ ਹੈ ਹੀ ਨਹੀਂ ਹੋਰ। ਫਿਰ ਮੇਰਾ ਹੋਣਾ ਹੀ ਪੋਸੀਬਲ ਨਹੀਂ ਹੈ। ਮੇਰੀ ਹੋਂਦ ਦਾ ਆਧਾਰ ਹੀ ਹਉਮੈ ਹੈ। ਔਰ ਜਿਸ ਮਿੰਟ ਅਸੀਂ ਹਉਮੈ ਨੂੰ ਹਟਾ ਦੇਾਂਗੇ ਵਿੱਚੋਂ ਤਾਂ ਸਿਰਫ ਨਿਰੰਕਾਰ ਬਚ ਜਾਏਗਾ। ਮਾਇਆ ਗਿਰ ਗਈ ਅਗਰ तो हमें तो परे दा जीवन निरंकार दा ही है, और कुछ रहेगा नहीं। गुरु अर्जन साहब कहते हैं, एक मौका मिलिया है भाई, प्राप्त मानुख देह हुरिया। मनुख दी देह मिली है, किस लिए मिली है? मिलन वास्ते मिली है महाराज। गोबिंद मिलन की एह तेरी बरिया। एक वारी है, एक चांस है। उन्हें माया और हौमे ਇਹ ਸਾਡਾ ਨਰਚਰਿੰਗ ਫੀਲਡ ਹੈ, ਜਿੱਥੋਂ ਅਸੀਂ ਜੀਵਨ ਨੂੰ ਜਾਣਦੇ ਹਾਂ, ਜਿਸ ਜੀਵਨ ਨੂੰ ਸਮਝਦੇ ਹਾਂ, ਆਪਣੇ ਆਪ ਔਰ ਨੇਚਰ ਦਾ ਰਿਲੇਸ਼ਨਸ਼ਿਪ ਕਰਦੇ ਹਾਂ। ਜਿਵੇਂ ਕਿ ਧਰਮ ਨੂੰ ਜਾਣਨ ਦਾ ਇੱਕ ਵਿਧੀ ਹੈ। ਮੈਂ ਹਾਂ ਤਾਂ ਮੇਰਾ ਨੇਚਰ ਔਰ ਨਿਰੰਕਾਰ ਨਾਲ ਕੀ ਰਿਲੇਸ਼ਨਸ਼ਿਪ ਹੈ, ਮੈਂ ਉਸ ਨੂੰ ਵੀ ਐਕਸਪਲੋਰ ਕਰਦਾ ਹਾਂ। ਔਰ ਇਸ ਸਭ ਦੇ ਕੋਰ ਦੇ ਵਿੱਚ ਇੱਕ ਨੀਡ ਹੈ ਕਿ ਮੈਨੂੰ ਸੁੱਖ ਚਾਹੀਦਾ ਹੈ। ਇਹ ਮੇਰੀ ਕੋਰ ਦੀ ਕਾਲਿੰਗ ਹੈ। ਮੈਨੂੰ ਸਟੇਬਿਲਿਟੀ ਚਾਹੀਦੀ ਹੈ, ਮੈਨੂੰ ਆਨੰਦ ਚਾਹੀਦਾ ਹੈ, ਮੈਨੂੰ ਸੁੱਖ ਚਾਹੀਦਾ ਹੈ। ਦੁੱਖ ਤੋਂ ਮੈਂ ਵਾਂਝਾ ਰਹਿਣਾ ਚਾਹੁੰਦਾ ਹਾਂ। ਇਹ ਮੇਰੀ ਕੋਰ ਨੀਡ ਹੈ। ਤਾਂ ਮੈਂ ਹਾਂ, ਇਹ ਮੇਰੀ ਪ੍ਰਾਇਮਰੀ ਨੀਡ ਹੈ। ਔਰ ਫਿਰ ਉਸ ਤੋਂ ਬਾਅਦ ਮੈਂ ਸੁਖੀ ਹਾਂ, ਇਹ ਵੀ ਮੇਰੀ ਪ੍ਰਾਇਮਰੀ ਨੀਡ ਹੈ। ਇੱਥੇ ਬੰਧਨ ਬਣਦਾ ਹੈ ਮਹਾਰਾਜ, ਕਿਉਂਕਿ ਜਿਸ ਮੈਂ ਨੂੰ ਮੈਂ ਜਾਣਦਾ ਹਾਂ ਉਹ ਕੱਲਾ ਸੁਖੀ ਨਹੀਂ ਹੋ ਸਕਦਾ। ਉਸ ਨੂੰ ਸੁੱਖ ਨੂੰ ਭੋਗਣ ਵਾਸਤੇ ਉਹਦੇ ਜੀਵਨ ਵਿੱਚ ਦੁੱਖ ਚਾਹੀਦਾ ਹੈ, ਨਹੀਂ ਤਾਂ ਸੁੱਖ ਦੀ ਕੋਈ ਵੈਲਿਊ ਨਹੀਂ ਰਹੇਗੀ। ਸਮਝਣੀ ਗੱਲ। ਬ੍ਰਿਟਨ ਦੀ ਇੱਕ ਰਾਣੀ ਹੈ, ਕੁਝ ਚਿਰ ਪਹਿਲੇ ਉਹਦੀ ਸਵਰਗਵਾਸ ਹੋਇਆ। ਜੋ ਜੀਵਨ ਵਿੱਚ ਉਸ ਨੂੰ ਚਾਹੀਦਾ ਹੈ ਉਹਨੂੰ ਮਿਲ ਗਿਆ। ਕੁਝ ਚੀਜ਼ਾਂ ਨਹੀਂ ਵੀ ਮਿਲੀਆਂ। ਘਰ ਵਾਲੇ ਨਾਲ ਸੰਬੰਧ ਅੱਛੇ ਨਹੀਂ ਸਨ, ਪਰ ਹੋਰ ਜੋ ਕੁਝ ਚਾਹੀਦਾ ਸੀ ਸਭ ਮਿਲ ਗਿਆ। ਤਾਂ ਕਾਰਨ ਕੀ ਹੈ ਕਿ ਉਹਦਾ ਜੀਵਨ ਦੁੱਖ ਦਾ ਭਰਿਆ ਹੈ। ਸਾਰੇ ਸਾਧਨ ਹਨ ਉਹਦੇ ਕੋਲ, ਸਭ ਪਾਵਰ ਹੈ। ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਫਿਜ਼ੀਕਲੀ ਚਾਹੀਦਾ ਹੋ ਸਕਦਾ ਹੈ ਉਸ ਕੋਲ ਅਵੇਲੇਬਲ ਹੈ। ਕੁਝ ਚੀਜ਼ਾਂ ਨਹੀਂ ਵੀ ਮਿਲਣਗੀਆਂ, ਸਭ ਕੁਝ ਇਸ ਜੀਵਨ ਵਿੱਚ ਨਹੀਂ ਮਿਲੇਗਾ। ਇਹੀ ਤਾਂ ਜੀਵਨ ਦੀ ਚਾਲ ਹੈ। ਇਹ ਆਪਣੇ ਆਪ ਵਿੱਚ ਕੰਪਲੀਟ ਨਹੀਂ ਹੈ। ਜਿਸ ਜੀਵਨ ਵਿੱਚ ਸੁੱਖ ਹੋਏਗਾ, ਅਗਰ ਉਹਦੇ ਵਿੱਚ ਸਿਰਫ ਸੁੱਖ ਹੀ ਹੋਏਗਾ ਔਰ ਦੁੱਖ ਦਾ ਗਿਆਨ ਨਹੀਂ ਹੋਏਗਾ ਤਾਂ ਉਹ ਸੁੱਖ ਹੀ ਦੁੱਖ ਬਣ ਜਾਏਗਾ। ਕਿਉਂਕਿ ਸੁੱਖ ਔਰ ਦੁੱਖ ਦੋਨੋਂ ਦੋ ਪਹਿਲੂ ਹਨ। ਦੁੱਖ ਵਿੱਚ ਜਾ ਕੇ ਮੈਂ ਜਾਣਦਾ ਹਾਂ ਸੁੱਖ ਕੀ ਹੈ,
ਔਰ ਮੈਂ ਦੁੱਖ ਵਿੱਚ ਜਾਂਦਾ ਹੀ ਨਹੀਂ ਹਾਂ ਤਾਂ ਮੈਨੂੰ ਸੁੱਖ ਵੀ ਪਤਾ ਨਹੀਂ ਕੀ ਹੈ, ਤਾਂ ਉਹ ਸੁੱਖ ਵੀ ਖਤਮ ਹੋ ਗਿਆ। ਫਿਰ ਰਹਿਣਗੇ ਤੇ ਦੋਨੋਂ ਰਹਿਣਗੇ, ਨਹੀਂ ਰਹਿਣਗੇ ਤੇ ਦੋਨੋਂ ਹੀ ਗਿਰ ਜਾਣਗੇ। ਤਾਂ ਉਸ ਜੀਵਨ ਵਿੱਚ ਫਿਰ ਉਦਾਸੀ ਆ ਜਾਏਗੀ, ਨਿਰਾਸ਼ਤਾ ਆ ਜਾਏਗੀ, ਜੀਵਨ ਟੁੱਟ ਜਾਏਗਾ ਆਪਣੇ ਫਿਜ਼ੀਕਲ ਮੋਡ ਤੋਂ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦੀ ਗੱਲ ਕੀਤੀ ਹੈ, ਐਕਸੈਪਟੈਂਸ ਜੀਵਨ ਦੀ ਗੱਲ ਕੀਤੀ ਹੈ ਕਿ ਇਸ ਦੁੱਖ ਨੂੰ ਔਰ ਸੁੱਖ ਨੂੰ ਦੋਨੋਂ ਨੂੰ ਐਕਸੈਪਟ ਕਰਨਾ, ਡਿਨਾਈ ਨਹੀਂ ਕਰਨਾ, ਦੁੱਖ ਤੋਂ ਮੂੰਹ ਨਹੀਂ ਮੋੜ ਲੈਣਾ। ਤਾਂ ਇੱਥੋਂ ਇਹ ਸਮਝ ਆਉਂਦੀ ਹੈ ਕਿ ਜੀਵਨ ਸੁੱਖ ਔਰ ਦੁੱਖ ਦਾ ਮਿਲਣ ਹੈ। ਬਿਨਾਂ ਦੁੱਖ ਦੇ ਵਿੱਚ ਪੈਰ ਰੱਖੇ ਸੁੱਖ ਨਹੀਂ ਭੋਗਿਆ ਜਾ ਸਕਦਾ, ਔਰ ਜਦ ਸੁੱਖ ਨੂੰ ਭੋਗਾਂਗੇ ਤਾਂ ਦੁੱਖ ਉਹਦੇ ਨਾਲ ਆਏਗਾ। ਇਹ ਹੁਣ ਪ੍ਰੀ ਕੰਡੀਸ਼ਨਸ ਹਨ, ਇਹ ਲਾਜ਼ ਨਿਰੰਕਾਰ ਨੇ ਬਣਾਏ ਹਨ। ਇਹ ਹੁਣ ਆਜ਼ਾਦੀ ਨਹੀਂ ਹੈ, ਮੁਕਤੀ ਨਹੀਂ ਹੈ। ਇੱਥੇ ਕੰਡੀਸ਼ਨਸ ਹਨ, ਉਹਨਾਂ ਕੰਡੀਸ਼ਨਸ ਵਿੱਚ ਮੈਂ ਜਿੰਦਾ ਹਾਂ। ਫਿਜ਼ੀਕਲ ਕੰਡੀਸ਼ਨ ਹੈ, ਮੈਂ ਜੋ ਕੁਝ ਕਰਨਾ ਚਾਹੁੰਦਾ ਹਾਂ ਜੀਵਨ ਵਿੱਚ ਕਿਸੇ ਹੱਦ ਤੱਕ ਕਰ ਪਾਵਾਂਗਾ ਔਰ ਕਿਸੇ ਹੱਦ ਤੱਕ ਨਹੀਂ ਕਰ ਪਾਵਾਂਗਾ। ਇਹ ਡਿਪੈਂਡ ਕਰਦਾ ਹੈ ਮੇਰੇ ਕਰਮਾਂ ਦੇ ਵਿੱਚ। ਸਭ ਕੁਝ ਮੈਂ ਅਗਰ ਆਪਣੇ ਮਨ ਦੇ ਹਿਸਾਬ ਨਾਲ ਕਰ ਸਕਾਂ ਤਾਂ ਬਾਣੀ ਸਮਝਾਉਂਦੀ ਹੈ ਫਿਰ ਨਰਕ ਹੋ ਜਾਏਗਾ ਜੀਵਨ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਨਾ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਨਾ। ਮਨ ਦੇ ਵਿੱਚ ਜੋ ਵੀ ਭਾਵਨਾ ਉੱਠਦੀ ਹੈ ਉਹਦੇ ਹਿਸਾਬ ਨਾਲ ਮੈਂ ਹੁਕਮ ਕਰਦਾ ਹਾਂ ਤਾਂ ਮੈਂ ਅੱਗੇ ਭੀੜੇ ਰਸਤੇ ਵਿੱਚ ਫਸਾਂਗਾ। ਔਰ ਜੀਵਨ ਦੀ ਜਦੋਂ ਇਹ ਕਾੜ ਖਤਮ ਹੋਏਗੀ ਤਾਂ ਇਹਦਾ ਹਿਸਾਬ ਵੀ ਬੜਾ ਭੋਗਣਾ ਪਏਗਾ। ਯਾਨੀ ਅਗਰ ਇੱਥੇ ਜੀਵਨ ਵਿੱਚ ਫਿਜ਼ੀਕਲ ਆਜ਼ਾਦੀ ਮਿਲ ਵੀ ਗਈ ਤਾਂ ਸੁੱਖ ਦੀ ਕੋਈ ਗਾਰੰਟੀ ਨਹੀਂ ਹੈ। ਔਰ ਜਦੋਂ ਮੈਂ ਦੁੱਖ ਨੂੰ ਡਿਨਾਇਲ ਵਿੱਚ ਰਵਾਂਗਾ ਤਾਂ ਸੁੱਖ ਨੂੰ ਭੋਗ ਨਹੀਂ ਪਾਵਾਂਗਾ। ਇਹ ਹੁਣ ਕੀ ਹੈ? ਇਹ ਜੀਵਨ ਤਾਂ ਬਹੁਤ ਕੰਡੀਸ਼ਨਸ ਵਿੱਚ ਫਸਿਆ ਹੈ ਔਰ ਇਹਦੇ ਵਿੱਚ ਮੈਂ ਸਾਰੀ ਜੋ ਵੀ ਜੀਵਨ ਦਾ ਖੇਲ ਖੇਲ ਰਿਹਾ ਹਾਂ ਸਭ ਇਸੇ ਫੀਲਡ ਵਿੱਚ ਖੇਲ ਰਿਹਾ, ਚਾਹੇ ਉਹ ਬੱਚੇ ਹਨ, ਪਰਿਵਾਰ ਹੈ, ਮਾਤਾ ਪਿਤਾ ਹਨ, ਸਗੇ ਸੰਬੰਧੀ ਹਨ, सोसाइटी है, कारोबार है, ਕੰਮ ਹੈ, ਇਹ ਸਭ ਦੁਨੀਆ ਹੈ। ਐਸੇ ਫੀਲਡ ਵਿੱਚ ਸੁੱਖ ਔਰ ਦੁੱਖ ਦੇ ਫੀਲਡ ਵਿੱਚ ਹੀ ਹੈ। ਅਗਰ ਮੈਂ ਸੁੱਖ ਨੂੰ ਲੱਭਣ ਜਾਂਦਾ ਹਾਂ ਤਾਂ ਦੁੱਖ ਮੇਰੇ ਨਾਲ ਆਉਂਦਾ ਹੈ, ਤਾਂ ਉਹ ਕਦੇ ਵੀ ਆਜ਼ਾਦੀ ਨਹੀਂ ਹੈ। ਇਸ ਜੀਵਨ ਵਿੱਚ ਕਦੇ ਵੀ ਆਜ਼ਾਦੀ ਨਹੀਂ ਹੈ। ਤਾਂ ਗੁਰੂ ਨੇ ਸਮਝਾਇਆ ਹੈ ਕਿ ਇਸ ਜੀਵਨ ਵਿੱਚ ਆਜ਼ਾਦੀ ਨਾਮ ਤੋਂ ਹੈ। ਅਗਰ ਮੈਂ ਸਦਾ ਆਨੰਦ ਨੂੰ ਲੱਭਦਾ ਹਾਂ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ, ਉਹ ਫਿਰ ਇਸ ਦੁਨੀਆ ਵਿੱਚ ਨਹੀਂ ਮਿਲ ਸਕਦੀ ਜਿਹਦੇ ਵਿੱਚ ਮੈਂ ਲੱਭਦਾ ਹਾਂ। ਅਸੀਂ ਰਾਬੀਆਲ ਬਸਰਾ ਦੀ ਕਥਾ ਸਾਰੀ ਵਿਚਾਰੀ ਹੈ। ਗੁਰੂ ਕਹਿੰਦਾ ਫਿਰ ਉਹ ਸਿਰਫ ਰਾਮ ਕੋਲ ਹੈ। ਆਨੰਦ ਦੇ ਵਿੱਚ ਦਾ ਜਿਹੜਾ ਪਹਿਲੂ ਹੈ ਉਹ ਗੁਰੂ ਦੇ ਹੱਥ ਵਿੱਚ ਹੈ। ਇਸ ਪੌੜੀ ਦਾ ਇਹ ਦੂਸਰਾ ਭੇਦ ਹੈ ਕਿ ਗੁਰੂ ਇਹ ਕਹਿ ਰਿਹਾ ਹੈ ਕਿ ਇਹ ਸਿਰਫ ਗੁਰੂ ਕੋਲ ਹੈ, ਹੋਰ ਕਿਸੇ ਕੋਲ ਨਹੀਂ ਹੈ। ਇਹਦਾ ਕਾਰਨ ਕੀ ਹੈ? ਜੀਵਨ ਵਿੱਚ ਸਭ ਕੁਝ ਕਰਨ ਤੋਂ ਹੁੰਦਾ ਹੈ। ਮੈਂ ਕਰਦਾ ਹਾਂ ਤਾਂ ਜੀਵਨ ਚੱਲਦਾ ਹੈ, ਅਗਰ ਮੈਂ ਨਹੀਂ ਕਰਾਂਗਾ ਤਾਂ ਜੀਵਨ ਉਤਨਾ ਹੀ ਘਟਦਾ ਜਾਏਗਾ। ਮੈਂ ਜਾਣਾ ਛੱਡ ਦਿਆਂ ਬਾਹਰ ਤਾਂ ਉਤਨੇ ਹੀ ਮੇਰੇ ਸਗੇ ਸੰਬੰਧੀ ਘਟਦੇ ਜਾਣਗੇ। ਮੈਂ ਕਾਰੋਬਾਰ ਚੋਂ ਹੱਥ ਖਿੱਚ ਲਵਾਂ ਤਾਂ ਮੇਰਾ ਧਿਆਨ ਉਸ ਤੋਂ ਹਟ ਜਾਏਗਾ। ਮੈਂ ਖਾਣਾ ਪੀਣਾ ਵੀ ਛੱਡ ਦਿਆਂ ਤਾਂ ਜੀਵਨ ਦਾ ਉਹ ਪਹਿਲੂ ਵੀ ਗਿਰ ਜਾਏਗਾ। ਇਹ ਸਭ ਕੁਝ ਕਰਨ ਤੋਂ ਹੈ। ਮੈਂ ਕਰਦਾ ਹਾਂ ਤਾਂ ਜੀਵਨ ਚੱਲਦਾ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਔਰ ਇਹ ਕਰਨ ਤੋਂ ਹੀ ਜੀਵਨ ਹੈ।
ਮੇਰੇ ਕਰਨ ਤੋਂ ਇਸ ਜੀਵਨ ਦਾ ਹਉਮੈ ਵਾਲਾ ਜੀਵਨ ਪ੍ਰਗਟ ਹੁੰਦਾ ਹੈ ਔਰ ਉਹਦੇ ਵਿੱਚ ਮੇਰੇ ਕਰਮਾਂ ਦੇ ਅਨੁਸਾਰ ਮੈਨੂੰ ਦੁੱਖ ਔਰ ਸੁੱਖ ਭੋਗਣੇ ਪੈਂਦੇ ਹਨ। ਪਰ ਨਿਰੰਕਾਰ ਮੇਰੇ ਕਰਨ ਤੋਂ ਨਹੀਂ ਹੈ, ਮੇਰੇ ਕਾਰਨ ਕਰਕੇ ਨਿਰੰਕਾਰ ਨਹੀਂ ਹੈ, ਮੈਂ ਨਿਰੰਕਾਰ ਕਰਕੇ ਹਾਂ। ਗੁਰੂ ਇਹ ਸਮਝਾਉਂਦੇ ਹਨ, ਤਨ ਮਨ ਔਰ ਤਨ ਇਹ ਸਭ ਮੇਰੇ नहीं ਹਨ। जिसका तन मन तन सब तिसका, नाता मेरा मन है, यह माया रूप विच प्रगट होया है, हौमे करके प्रगट होया है। नाता मेरा तन है, ना ही तन मेरा है महाराज। मैं ही एक टेंपररी एंटिटी हाँ। गल इत्थे यह है कि इस हौमे दे विच प्रगट होंदे होए हौमे दे पार दे जीवन नूं जान लईए। उस जीवन नूं मैं नहीं बनाया है, वो मेरे विच नहीं वसदा है, वो मेरे कारण करके नहीं है, वो मेरे करन तो परे है। इस करके उहदे वास्ते गुरु की लोड़ है। गुरु मेरी हौमे तो परे दे जीवन दा मालक है। तिन दर्शन हन गुरु दे महाराज। निरंकार गुरु है जो सर्वव्यापक सृष्टि हर थां ते जो प्रगट है। गुर परमेश्वर एक को जान। मैं ते मनदा हां कि गुरु गोबिंद सिंह साहिब हजूर हर जगह हाजिर हैं। गुरु और परमेश्वर गुरु रूप है। दूसरा गुरु गुरु ग्रंथ साहब बाणी दे दर्शन हैं, जो बाणी रिवील्ड बाणी है या फिर पूर्ण ब्रह्म ज्ञानी ने उस पर मोहर लगाई है। एक कोई गल बनती है। और तीसरा गुरु का दर्शन फिजिकल दर्शन है। खालसा मेरो रूप है खास, खालसे में हो करो निवास। अगर साहिब नूं मिलन जाना है अज तां वो कहंदे हन मैं खालसे विच वसदा हां। हाँ, पर खालसे दी कंडीशनस भी उन्होंने प्रगट कीतियां हन। आत्म रस जो जानिए सो है खालस देव, प्रभ में मोह में तास में रंचक नाहे न भेद। पूर्ण जोत जगे घट में तब खालस ताहे ना खालस जाने। ए दो ब्रह्म ज्ञान की अवस्था है महाराज। पूर्ण ब्रह्म ज्ञानी है। इत्थे एसोटेरिक कॉन्सैप्ट्स खुलते हैं कि गुरु का वासा मल्टी डायमेंशनल है। गुरु विगास की तरह हर जगह प्रगट है। गुरु आनंद रूप विच हाजिर है। गुरु दे विच परफेक्शन है और वो मेरे कारण करके नहीं है, मेरे बनान करके नहीं है, वो मेरे तो पार दा जीवन है। उत्थे गुरु की हजूरी है, मेरी नहीं है। इस करके महाराज पहली पौड़ी विच सानू दर्शन कराते हैं कि पुछो विवेकिया जाए। पुछना किसे नू जाके, बिना गुरु दे होर जीवन की है। सानू पता है कि आसा दी वार विच दी पहली पौड़ी विच भी महाराज ने यही गल चलाई है। आसा दी वार दे आरंभ दे विच नानक गुरु न चेतनी मन अपने सुचेत, छूटे तिल बुहार ज्यों सुंझे अंदर खेत। गुरु कहता है जे को गुर ते बेमुख होवे बिन सतगुर मुक्त ना पावे। इत्थे हुण दो कंडीशनस महाराज ने प्रगट कर दित्तियां। एक तो मैं मुक्ति लभदा हां, मैं वो अमृत लभ रहा हां, कंडीशनलैस आनंद लभदा हां जिहदी कोई कंडीशन नहीं है, अकारण है। किसी कारण करके मेरे जीवन में कुछ भी है तो वो दुख और सुख का मिलन है। आनंद इज विदाउट रीजन, इट इज जस्ट देयर। दैट्स द नेचर ऑफ माई कोर माइंड, नथिंग टू डू विद माई डूइंग। इस करके उत्थे मेरे कर्म तो नहीं जा सकांगा, गुरु तो मिल के ही जा पावांगा।
गुरु कोल अवस्था हाजिर है, जन परोपकारिया जी दान दे भगती लायन हरस्यों लैन मिलाए। जन परोपकारी हैं, पराए ते उपकार करते हैं, जीवन का दान देंदे हैं। अध्यात्मक जीवन महाराज आनंद का जीवन, जिथे आजादी है, जिस आजादी तो बिना मैनू एक आवागमन और भ्रमण विच ही चलना पैंदा है, जिथे कदे भी मैनू सदा विकास नहीं प्राप्त हो सकता है महाराज। गुरु कहते हैं मुक्ति लभ रहा है और गुरु दे बिना नहीं मिलेगी। जे को गुर ते बेमुख होवे, बिन सतगुर मुक्त ना पावे। पावे मुक्त ना होर थां कोई, पुछो विवेकिया जाए। किसे नाल पुछ के देखो जेड़ा जानदा है। किसनू ज्ञान है इहदा? जदों सिद्धा ने गुरु नानक साहब नू पुछया है कि यह जिहड़े जीवन का संतोख है और सबर है, गुर के शब्द हौमे बिख मारे, ता निज घर होवे वासो। सहज और संतोख का आसन की है? महाराज नू पुछदे हन, आद को कवन विचार कथियले, सुन कहाँ करवासो। ये जिहड़ी सुन की अवस्था है, शिखर है जिहड़ा मन दा, इहदा वासा कित्थे है? महाराज कहते हैं, सहज संतोख का आसन जाने, कौं छेबी छेदे बरिए बहराइए। गुर के शब्द हौमे बिख मारे, ता निज घर होवे वासो। यह कारण जीवन का उस अवस्था की भालदा है जिथे सदा विकास है और जो मेरे तो कोई ले नहीं सकेगा। फिर यह है मुक्ति का जीवन। पर उल्टा असी जिहड़ा जीवन जी रहे हाँ, असी उस भाल दे विच डेस्परेट हो गए हाँ, होपलेस हो गए हाँ। और उस दे कारण असी फिर की सीख करते हाँ। विक्टर फ्रैंकी एक अंग्रेज दार्शनिक है, कहता है, व्हेन पर्सन कांट फाइंड डीप सेंस ऑफ मीनिंग, दे डिस्ट्रैक्ट देमसेल्व्स विद प्लेजर। यानी जिहड़ा मूल आधार का जीवन है, फंडामेंटल एनर्जी है, सैक्शुअल एनर्जी है, फिर उसे दे विचों रह जाता है। उन्होंने फिर वर्त के उपर दी अवस्थावां नूं नहीं जान पांदा। कारण है कि वो हार गया है, कि इत्थे कोई आंसर लभ नहीं रहा। और गुरु बिना महाराज कहते हैं लभेगा भी नहीं। जिस मुक्ति नूं मैं लभदा हाँ, जिस मुक्ति नूं मैं ढूंढ रहा हाँ, उहदे विच आनंद है। और मैनू किदे लगता है सानू ज्ञान है कि साडे कोल ही है वो, पर असी भटक गए हाँ। एक आत्म ज्ञान की अवस्था है जिहड़ी सदा लई नाल रहेगी। फिर ऐसे दे रूल्स गुरु ग्रंथ साहब महाराज सानू बार बार रिपीटेटिवली दस रहे हैं, पेश कर रहे हैं, ताकि मन उन्होंने ग्रहण कर ले, उस डायरेक्शन नू जान ले जिस एटीट्यूड नाल यह सब मिल सकता है। वो बेसिक रूल्स नू अपना ले। यह सारी गल ही इस अवस्था नू जानन दी है। ऐसे तो धर्म का आधार है।
ਫਿਰ ਗੁਰੂ ਨੇ ਸ਼ਬਦ ਨਾਲ ਜੋੜਿਆ ਇਸ ਗੱਲ ਨੂੰ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦੇ ਮੁਕਤ ਨਾ ਹੋਈ। ਕਰਮ ਧਰਮ ਕਰ ਮੁਕਤ ਸੰਗਾਹੀ। ਇਹ ਮੁਕਤੀ ਦੀ ਗੱਲ ਇੱਕ ਮਨ ਦੀ ਆਜ਼ਾਦੀ ਹੈ। ਜਿਵੇਂ ਇੱਕ ਵੱਡੀ ਕਾਈਟ ਪੰਛੀ ਹਵਾ ਦੇ ਕਰੰਟਸ ਦੇ ਵਿੱਚ ਹੁਣ ਉੱਡਦਾ ਹੈ, ਉਹਨੂੰ ਕੁਝ ਕਰਨ ਦੀ ਲੋੜ ਨਹੀਂ ਹੈ, ਉਹਨੇ ਕਰੰਟਸ ਨੂੰ ਪਕੜ ਲਿਆ ਹੈ। ਜਿਵੇਂ ਮਨ ਨੇ ਇੱਕ ਧੁਨ ਨੂੰ ਪਕੜ ਲਿਆ ਹੈ, ਉਹ ਧੁਨ ਹੀ એનર્ਜੀ ਹੈ, ਹੁਣ ਕੁਝ ਕਰਨ ਦੀ ਲੋੜ ਨਹੀਂ ਹੈ, ਉਹਦੇ ਵਿੱਚ ਹੀ ਆਜ਼ਾਦ ਕਈ ਘੰਟੇ ਉਹ ਉੱਡਦਾ ਰਹਿੰਦਾ ਹੈ, ਕੋਈ ਐਫਰਟ ਨਹੀਂ ਲੱਗਦਾ ਹੈ। ਇਹਦੇ ਮਨ ਦੇ ਵਿੱਚ ਇੱਕ ਐਫਰਟਲੈਸ ਆਨੰਦ ਹੈ, ਜਿਵੇਂ ਕੋਈ ਰਾਜ ਹੋਏ ਜਿਹੜਾ ਕੋਈ ਲੈ ਨਾ ਸਕੇ, ਜਿਵੇਂ ਗਿਆਨ ਹੋ ਜਾਏ, ਰਸਤਾ ਕੀ ਹੈ ਅੰਮ੍ਰਿਤ ਦਾ, ਜਿਵੇਂ ਉਸ ਅਵਸਥਾ ਨੂੰ ਪ੍ਰਾਪਤ ਕਰ ਲਈਏ ਜਿਹਦੇ ਵਿੱਚ ਕੋਈ ਵਿਘਨ ਨਾ ਬਣ ਸਕੇ। ਭਗਤ ਰਵਿਦਾਸ ਨੇ ਬੇਗੁੰਪਰਾ ਵਾਲੇ ਸ਼ਬਦ ਵਿੱਚ ਬਹੁਤ ਪਿਆਰ ਨਾਲ ਗੱਲ ਸਮਝਾਈ ਹੈ। ਗੁਰੂ ਨੇ ਮੁਕਤੀ ਦੀ ਗੱਲ ਚਲਾਈ ਹੈ ਅੱਜ, ਔਰ ਅਗਰ ਜੀਵਨ ਵਿੱਚ ਆਜ਼ਾਦੀ ਨਹੀਂ ਹੈ ਤਾਂ ਜੀਵਨ ਇੱਕ ਨਰਕ ਦਾ ਘੋਲ ਹੀ ਬਣ ਜਾਏਗਾ। ਮੇਰੇ ਹੱਥ ਵਿੱਚ ਕੋਈ ਹੈ ਨਹੀਂ ਕੁਝ ਵੀ, ਜਿਵੇਂ ਮੇਰੇ ਕਰਮ ਹਨ ਇਵੇਂ ਸਭ ਕੁਝ ਚੱਲਦਾ ਜਾਏਗਾ। ਸਿਰਫ ਮੇਰੇ ਕਰਮ ਮੇਰੇ ਹੱਥ ਵਿੱਚ ਡਿਫਾਈਨਡ ਹਨ, ਪਰ ਉਹਨਾਂ ਕਰਮਾਂ ਦੇ ਬਾਰੇ ਵੀ ਮੈਨੂੰ ਪੂਰਾ ਗਿਆਨ ਨਹੀਂ ਹੈ, ਔਰ ਬਾਅਦ ਦਫਾ ਉਹ ਮੇਰੇ ਕੰਟਰੋਲ ਵਿੱਚ ਵੀ ਨਹੀਂ ਹਨ। ਮੇਰੇ ਸਬਕੌਨਸ਼ੀਅਸ ਮਾਈਂਡ ਤੋਂ ਮੇਰਾ ਕਰਮ ਕੰਟਰੋਲ ਹੋ ਰਿਹਾ ਹੈ, ਮੈਨੂੰ ਪਤਾ ਵੀ ਨਹੀਂ ਲੱਗ ਰਿਹਾ ਮੈਂ ਕੀ ਕਰ ਰਿਹਾ ਹਾਂ। ਜਿਸ ਤਰ੍ਹਾਂ ਕੋਈ ਸ਼ਰਾਬੀ ਜਾਂ ਕੋਈ ਨਸ਼ੇ ਨੂੰ ਲੱਭਦਾ ਹੋਇਆ ਇਨਸਾਨ ਨਿਕਲਦਾ ਹੈ, ਉਹ ਨਸ਼ੇ ਵੱਲ ਕਿਉਂ ਜਾਂਦਾ ਹੈ? ਕਿਉਂਕਿ ਉਹਦੇ ਮਨ ਵਿੱਚ ਤ੍ਰਿਪਤਤਾ ਨਹੀਂ ਹੈ, ਸੇਸ਼ੀਏਸ਼ਨ ਨਹੀਂ ਹੈ, ਉਹ ਅਨਹੈਪੀ ਹੈ, ਇਨਸਿਕਿਉਰ ਹੈ, ਇਨਕੰਪਲੀਟ ਹੈ, ਅਧੂਰਾਪਨ ਹੈ, ਉਹਦੇ ਵਿੱਚ ਕੌਨਫਲਿਕਟਡ ਜੀਵਨ ਹੈ, ਹਾਰਮਨੀ ਨਹੀਂ ਹੈ, ਤਾਂ ਉਹ ਕੁਝ ਲੱਭ ਰਿਹਾ ਹੈ। ਤਾਂ ਅਗਰ ਕੋਈ ਕੁਝ ਕਹਿੰਦਾ ਹੈ ਕਿ ਇਹਦੇ ਵਿੱਚ ਆਨੰਦ ਹੈ ਤਾਂ ਉਸ ਨਸ਼ੇ ਵੱਲ ਉਹ ਜਾਂਦਾ ਹੈ, ਉਸ ਨਸ਼ੇ ਨਾਲ ਉਹ ਮੁਕਤ ਹੋਣਾ ਚਾਹੁੰਦਾ ਹੈ ਆਪਣੀ ਅਵਸਥਾ ਤੋਂ। ਇਹਦਾ ਮਤਲਬ ਸਾਡੀ ਉਹ ਜਿਹੜਾ ਬੰਧਨ ਹੈ ਜੀਵਨ ਦਾ, ਉਹ ਡੋਮੀਨੇਟ ਕਰਦਾ ਹੈ ਮੇਰੇ ਸਾਰੇ ਡਿਸੀਜਨਸ ਨੂੰ। ਕੋਈ ਜੇਲ੍ਹ ਵਿੱਚ ਫਸਿਆ ਹੈ ਔਰ ਉਸ ਨੂੰ ਕੋਈ ਕਹੇ ਕਿ ਇਸ ਰਸਤੇ ਤੋਂ ਬਾਹਰ ਜਾਇਆ ਜਾ ਸਕਦਾ ਹੈ, ਪਰ ਉੱਥੇ ਮਰ ਵੀ ਸਕਦੇ ਹਾਂ, ਬੜੀ ਖਾਈ ਹੈ, ਥੱਲੇ ਗਿਰ ਸਕਦਾ ਹੈ ਇਨਸਾਨ। ਇਹ ਡਿਸੀਜਨ ਉਸ ਲਈ ਸੈਕੰਡਰੀ ਹੋ ਜਾਏਗਾ। ਪ੍ਰਾਇਮਰੀ ਡਿਸੀਜਨ ਉਹਦਾ ਇਹ ਹੈ ਕਿ ਇਸ ਬੰਧਨ ਤੋਂ ਮੁਕਤ ਕਿਵੇਂ ਹੋਣਾ ਹੈ। ਅੱਗੇ ਕੀ ਹੋਏਗਾ ਉਹਦਾ ਉਹ ਵਿਚਾਰ ਇੰਨਾ ਨਹੀਂ ਕਰ ਪਾਉਂਦਾ, ਕਿਉਂਕਿ ਜਿਸ ਅਵਸਥਾ ਦਾ ਉਹ ਮਾਲਕ ਹੈ ਉਹੀ ਉਸ ਨੂੰ ਕੰਪੈਲ ਕਰਦੀ ਹੈ ਕਿ ਉਸ ਤੋਂ ਬਾਹਰ ਨਿਕਲਣਾ ਹੈ। ਤਾਂ ਬਹੁਤ ਕੁਝ ਮੇਰੇ ਹੱਥ ਵਿੱਚ ਨਹੀਂ ਹੈ। ਇੱਥੇ ਲੱਭਦਾ ਮੈਂ ਸੁੱਖ ਹਾਂ ਜੀਵਨ ਵਿੱਚ, ਪਰ ਜਿੱਥੇ ਸੁੱਖ ਲੱਭਣਾ ਹੈ ਉੱਥੇ ਮੈਂ ਜਾ ਨਹੀਂ ਸਕਦਾ ਹਾਂ। ਇਸ ਕਰਕੇ ਮੈਂ ਭਟਕਦਾ ਰਹਿੰਦਾ ਹਾਂ, ਅਧੂਰੇਪਨ ਵਿੱਚ ਹੀ ਆਪਣਾ ਜੀਵਨ ਔਰ ਸਵਾਸ ਮੈਂ ਵੇਚਦਾ ਰਹਿੰਦਾ ਹਾਂ। ਮਹਾਰਾਜ ਕਹਿੰਦੇ ਨੇ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਨੇ ਮੁਕਤੀ ਪਾਈ ਹੈ, ਕੌਣ ਜਾਣਦਾ ਹੈ। ਇਹ ਤਾਂ ਅਗਰ ਜੀਵਨ ਜੀਂਦੇ ਜੀ ਹੀ ਮਿਲੇਗੀ ਤਾਂ ਹੀ ਇਹ ਮੌਤ ਦੇ ਪਾਰ ਜਾਏਗੀ, ਨਹੀਂ ਤਾਂ ਇਹ ਜਾ ਹੀ ਨਹੀਂ ਸਕਦੀ, ਮਰਨ ਤੋਂ ਬਾਅਦ ਨਹੀਂ ਮਿਲ ਸਕਦੀ। ਔਰ ਇਹਦਾ ਮਾਲਕ ਕੌਣ ਹੈ, ਇਹਦਾ ਫੀਲਡ ਕੀ ਹੈ ਜਿਹਦੇ ਵਿੱਚ ਇਹ ਗੇਮ ਖੇਲੀ ਜਾ ਰਹੀ ਹੈ। ਇਹਦਾ ਫੀਲਡ ਮਨ ਹੈ। ਗਹਿਰ ਕਬੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆ ਜਿਸ ਹਿਰਦੇ ਵਸੇਰਾ। ਜਿਸ ਦੇ ਹਿਰਦੇ ਵਿੱਚ, ਜਿਹਦੇ ਮਨ ਦੇ ਵਿੱਚ ਹੈ ਉਜਾਗਰ ਹੋ ਗਿਆ,
ਉੱਥੇ ਮੁਕਤੀ ਹਾਜ਼ਰ ਹੋ ਗਈ ਹੈ ਮਹਾਰਾਜ, ਆਨੰਦ ਦੇ ਨਾਲ ਹਾਜ਼ਰ ਹੋ ਗਈ ਹੈ। ਉੱਥੇ ਫਿਰ ਮੈਨੂੰ ਆਜ਼ਾਦੀ ਹੈ, ਉੱਥੇ ਖੇੜਾ ਹੈ, ਸਦਾ ਵਿਕਾਸ ਹੈ। जद कि अगर ਇਹਦਾ ਉਲਟਾ मैं करांगा, बहु कर्म कमावे मुक्त ना पाए। मैं कर्म कमा रहा हाँ, मैनू कर्मां विच रस आंदा है, मैं कमांदा जांदा हाँ। किसी बिजनेस विच प्रॉफिट आंदा है, वो होर बिजनेस नू वधांदा है, अपनी एनर्जी होर उत्थे लगांदा है, उन्होंने रस आ रहा है। पर जो कुछ भी इस जीवन तो सानू मिलता है, एक समय विचों लै लिया जाता है, ऐसी भुल जाते हैं। दे संतर पवे दूजे पाए खुआए, बिरथा जन्म गवाया कपटी, बिन शब्दें दुख पावनिया। असी यह देखते हैं कि सानू बिजनेस विच रस आंदा है, प्रॉफिट कमा रहे हैं, कोई हर्ज नहीं है। पर अगर उसनू मैं आधार बना लवांगा, सारी जीवन की पूंजी उहदे विच ही लगा देंगा, तो फिर यह जानना जरूरी है कि वो बिजनेस, वो एनवायरमेंट, वो अवस्था टेंपररी है, सदा लिए नहीं है। एक समा आएगा जदों यह गिर जाएगा जीवन, फिर की होएगा। तो महाराज कहते हैं कि दूसरे दे विच मन लगा लिया, कर्मां दे विच मन लगा लिया, बिरथा जन्म गवाया कपटी, बिन शब्दे दुख पावनिया, दे संतर पवे दूजे पाए खुआए। दूजे दे विच मन लगा लिया, निरंकार तो ध्यान हटा लिया। इत्थे मालक कौन है? यारी तो उहदे नाल पानी पेगी, और उहदी हजूरी शब्द दे नाल हाजिर है, शब्द दी कमाई दे विच हाजिर है महाराज। मन कड़िया जाएगा शब्द नाल हजूर। जितना मेरे मन विच प्रेम गिरेगा, प्रेम उतरेगा, प्रेम बरतेगा, प्रेम प्रगट होएगा, उतना जीवन विकास वल टुरेगा। बिन गुर अर्थ विचार न पाया, मुक्त पदार्थ भगत हर पाया। मुक्ति का पदार्थ भगती विच मिलता है महाराज। कर बंदे तू बंदगी जिचर कट में सा। यह जानना कि यह जेड़ा जीवन में जी रहा हाँ, यह ट्रांजिशनल है, सदा लई नहीं है। बस इत्थों अपने समय अनुसार असी टुर जावांगे। एक अपॉर्चुनिटी विच असी कमाना की है, उस एक दे दर्शन कमाने हैं, उस अमृत नू जानना है। हर की भगत मुक्त आनंद, गुरमुख भगत प्राप्त होए। जाके हृदय वसे हर सोए, गुरमुख भगत प्राप्त होए। हर की भगत मुक्त आनंद, गुरमत पाए परमानंद। यही बाणी इस शब्द विच हजूर दसदे हन कि गुरमुख गुरु दे वल मूह करके परमानंद का ज्ञान प्राप्त कर लैंदा है। पर इहदा उल्टा अज दी पौड़ी विच, पहली पौड़ी विच महाराज समझाते हैं, जे को गुर ते विमुख होवे, बिन सतगुर मुक्त ना पावे। मैं गुरु तो बेमुख हो गया, मैं जानिया नहीं कि जिस गेम नू मैं खेड रहा हाँ उहदा मालक कौन है। मेरे आले दुआले सिर्फ गुरु है, होर कोई है नहीं। मेरे अंतर बाहर, बाहर भीतर सिर्फ गुरु है महाराज। इस एक्सपीरियंस नू मैं जानिया नहीं है, इस करके मैं दूजे दे विच वा पांदा हाँ। दूजा मतलब गुरु नू छड्ड के होर दूसरी चीज़ां ते ध्यान पाना हाँ। शेप, फॉर्म, औदा लालच करदा हाँ, लोभ करदा हाँ। मैं नू संभालदे होए उहदे विच प्लेजर सीक करदा हाँ।
ਜਾਂ ਉਹਦੇ ਵਿੱਚ ਆਪ ਹੀ ਰਸ ਪਾ ਲੈਂਦਾ ਹਾਂ। ਰਸ ਤਾਂ ਮੈਂ ਹੀ ਪਾ ਰਿਹਾ। ਮੈਂ ਕਿਸੇ ਅਹੁਦੇ ਦਾ ਮਾਲਕ ਬਣਨਾ ਚਾਹੁੰਦਾ ਹਾਂ, ਉਹਦੇ ਵਿੱਚ ਰਸ ਮੈਂ ਪਾਵਾਂਗਾ ਕਿ ਇਹਨੂੰ ਮੈਂ ਮਿਲ ਜਾਏਗਾ, ਮੈਨੂੰ ਤਾਂ ਬਹੁਤ ਬਹੁਤ ਵਧੀਆ ਹੋਏਗਾ, ਫਿਰ ਮੈਂ ਸਭ ਤੋਂ ਅੱਗੇ ਹੋ ਜਾਵਾਂਗਾ। ਮੈਨੂੰ ਇਸ ਨੂੰ ਪਾਣਾ ਹੀ ਹੈ। ਇਹ ਚੋਇਸਿਸ ਮੇਰੀਆਂ ਹਨ। ਇਹ ਹਿਪਨੋਟਿਜ਼ਮ ਮੈਂ ਕਰਦਾ ਹਾਂ, ਸੈਲਫ ਹਿਪਨੋਸਿਸ ਕਰਦਾ ਹਾਂ ਆਪਣੇ ਆਪ ਦਾ। ਇਹ ਵਿਚਾਰ ਬੱਚਾ ਵੀ ਕਰਦਾ ਹੈ। ਜਦੋਂ ਉਸ ਨੂੰ ਕੋਈ ਖਿਡੌਣਾ ਚਾਹੀਦਾ ਹੈ, ਉਹ ਸਾਰੀ એનર્ਜੀ ਉਸ ਖਿਡੌਣੇ ਵਿੱਚ ਲਗਾ ਦਿੰਦਾ ਹੈ। ਜਦ ਤੱਕ ਮਾਂ ਜਾਂ ਪਿਤਾ ਉਹਨੂੰ ਲੈ ਕੇ ਨਹੀਂ ਦਿੰਦੀ, ਉਹ ਰੋ ਰੋ ਕੇ ਆਪਣਾ ਵੀ ਔਰ ਉਹਨਾਂ ਦਾ ਵੀ ਹਾਲ ਖਰਾਬ ਕਰ ਦਿੰਦਾ। ਸਾਰੀ ਸ਼ਕਤੀ ਹੀ, ਸਭ ਜੀਵਨ ਦੀ ਸਾਰਾ ਨਿਚੋੜ ਹੀ ਉਹ ਖਿਡੌਣਾ ਬਣ ਗਿਆ ਹੈ। ਚੋਇਸ ਕਿਹਦੀ ਹੈ? ਉਸ ਬੱਚੇ ਦੀ ਹੈ। ਇਸੇ ਤਰ੍ਹਾਂ ਜੀਵਨ ਵਿੱਚ ਵੀ ਮੈਂ ਚੂਜ਼ ਕਰਦਾ ਹਾਂ ਔਰ ਮੈਂ ਆਪਣਾ ਖਿਡੌਣਾ ਬਣਾ ਲੈਂਦਾ ਹਾਂ ਔਰ ਉਹਦੇ ਵਿੱਚ ਜੀਵਨ ਨੂੰ ਵੇਚ ਦਿੰਦਾ ਹਾਂ। ਪਰ ਗੁਰੂ ਕਹਿੰਦਾ ਹੈ ਇੱਕ ਰਤਨ ਪਦਾਰਥ ਹੈ, ਉਸ ਨੂੰ ਕੌਣ ਜਾਣੇਗਾ? ਔਰ ਉਸ ਨੂੰ ਜਾਣੇ ਬਿਨਾ ਇਹ ਖਿਡੌਣਾ ਨਹੀਂ ਰਹਿਣਾ ਬਹੁਤਾ ਦਿਨ। ਉਹ ਰਤਨ ਦਾ ਪਦਾਰਥ ਹੈ ਅਸਲ ਜੀਵਨ। ਉਹ ਰਤਨ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ। ਉਹ ਆਨੰਦ ਇਹ ਰਤਨ ਹੈ। ਮਹਾਰਾਜ ਕਹਿੰਦੇ ਹਨ, ਪਾਵੇ ਮੁਕਤ ਨਾ ਹੋਰ ਥੈ ਕੋਈ। ਹੋਰ ਕਿਸੇ ਥਾਂ ਤੇ ਮੁਕਤੀ ਨਹੀਂ ਮਿਲੇਗੀ, ਕਿਉਂਕਿ ਜਿਸ ਫੀਲਡ ਦੇ ਵਿੱਚ ਮੈਂ ਰਹਿਣਾ ਹਾਂ, ਉਹਦਾ ਜੋ ਮਾਲਕ ਹੈ, ਉਸੇ ਤੋਂ ਹੀ ਸਭ ਕੁਝ ਮਿਲ ਸਕਦਾ ਹੈ। ਹੋਰ ਦੂਸਰਾ ਉੱਥੇ ਕੋਈ ਹੈ ਹੀ ਨਹੀਂ। ਇਸ ਦੁਨੀਆ ਵਿੱਚ ਸਿਰਫ ਇੱਕ ਓਮਕਾਰ ਦਾ ਪ੍ਰਗਟਾਵਾ ਹੈ ਮਹਾਰਾਜ, ਦੂਸਰਾ ਕੋਈ ਹੈ ਨਹੀਂ। ਮੈਂ ਕਿਸੇ ਦੂਸਰੇ ਨਾਲ ਵਾਹ ਪਾ ਕੇ ਉਸ ਇੱਕ ਓਮਕਾਰ ਨੂੰ ਭੁੱਲਾਂਗਾ ਤਾਂ ਆਪਣਾ ਦੁੱਖ ਬਣਾਵਾਂਗਾ। ਗਮ ਚ ਬਾਸ਼ਦ ਗਫਲਤ ਤਜ਼ ਯਾਦ ਖੁਦਾ, ਚੀਜ਼ ਸ਼ਾਦ ਯਾਦ ਬੇਇਮਤਹਾ। ਗਮ ਦਾ ਕਾਰਨ ਕੀ ਹੈ? ਨਿਰੰਕਾਰ ਨੂੰ ਭੁੱਲ ਜਾਣਾ ਉਹਦਾ ਕਾਰਨ ਹੈ ਮਹਾਰਾਜ। ਉਸ ਸਿਖਰ ਤੋਂ ਟੁੱਟ ਜਾਣਾ ਜਿਹੜਾ ਇੱਕ ਓਮਕਾਰ ਹੈ, ਜਿਹੜਾ ਆਨੰਦ ਦਾ ਭਰਿਆ ਹੈ, ਜਿਹਦੇ ਵਿੱਚ ਸਤ ਚਿੱਤ ਔਰ ਆਨੰਦ ਪ੍ਰਗਟ ਹੈ। ਫਿਰ ਮਹਾਰਾਜ ਕੀ ਕਹਿੰਦੇ ਹਨ? ਅਗਰ ਇਹ ਬੇਮੁਕਤਾ ਪੁੱਛੋ ਵਿਵੇਕੀਆ ਜਾਏ। ਕਿਸੇ ਨੇ, ਜਿਸਨੇ ਗਿਆਨ ਪ੍ਰਾਪਤ ਕਰ ਲਿਆ, ਉਹਨੂੰ ਪੁੱਛੋ। ਇਹ ਐਕਸਪੀਰੀਅੰਸ ਸ਼ਾਇਦ ਸਾਨੂੰ ਇੰਨਾ ਨਹੀਂ ਹੈ। ਅੱਜ ਦੱਸਣ ਵਾਲੇ ਬਥੇਰੇ ਨੇ, ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ। ਗੁਰੂ ਲਾਡੋ ਰੇ, ਉਹ ਕਥਾ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਜਾਣਦੇ ਹੀ ਹਾਂ। ਮੱਖਣ ਸ਼ਾਹ ਲੁਬਾਣਾ ਦੀ ਗੱਲ ਅਸੀਂ ਜਾਣਦੇ ਹਾਂ ਕਿ ਨਹੀਂ ਗੁਰੂ ਬਣ ਜਾਂਦੇ ਹਨ ਪੈਸੇ ਪਿੱਛੇ, ਔਰ ਅੱਜ ਵੀ ਇਹੀ ਹਾਲ ਹੈ। ਇਸ ਕਰਕੇ ਗੁਰੂ ਦਾ ਐਕਸਪੀਰੀਅੰਸ ਜਿਹੜਾ ਐਸੋਟੈਰਿਕ ਹੈ, ਜਿਹੜਾ ਸਪਿਰਿਟ ਨਾਲ ਰਿਲੇਸ਼ਨ ਰੱਖਦਾ ਹੈ, ਜਿਹੜਾ ਮੇਰੇ ਮਨ ਦੇ ਨਾਲ ਵਾਹ ਰੱਖਦਾ ਹੈ, ਉਹ ਸ਼ਬਦ ਤੋਂ ਰਿਵੀਲ ਹੁੰਦਾ ਹੈ। ਇਸ ਕਰਕੇ ਸ਼ਬਦ ਦੇ ਧਿਆਨ ਵਿੱਚ ਬੈਠਣਾ ਹੈ। ਅਨੇਕ ਜੋਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਇਹ ਜੋ ਜੀਵਨ ਅਸੀਂ ਵਰਤ ਰਹੇ ਹਾਂ, ਜੀਵਨ ਜੋ ਅਸੀਂ ਪਾਸਟ ਕਰ ਚੁੱਕੇ ਹਾਂ, ਉਹਦੇ ਵਿੱਚ ਭਰਮਦੇ ਫਿਰ ਰਹੇ ਹਾਂ, ਮੂਵਮੈਂਟ ਵਿੱਚ ਹਾਂ, ਕੌਨਸਟੈਂਟ ਸਰਚ ਵਿੱਚ ਲੱਗਿਆ ਹੋਇਆ ਹੈ। ਮਹਾਰਾਜ ਕਹਿੰਦੇ ਫਿਰ ਗੁਰ ਕਾ ਸ਼ਬਦ ਸੁਣਾਏ। ਅਸੀਂ ਜਿਸ ਨੂੰ ਲੱਭਦੇ ਹਾਂ, ਕਈ ਜਨਮਾਂ ਤੋਂ ਲੱਭੀ ਜਾ ਰਹੇ ਹਾਂ, ਗਲਤ ਥਾਂ ਤੇ ਲੱਭਦੇ ਹਾਂ, ਔਰ ਕੋਈ ਸਿਖਾ ਨਹੀਂ ਪਾ ਰਿਹਾ, ਅਸੀਂ ਸਿੱਖ ਵੀ ਨਹੀਂ ਪਾ ਰਹੇ ਹਾਂ, ਕਿਉਂਕਿ ਅਸੀਂ ਦੁੱਖ ਨੂੰ ਅਵੋਇਡ ਕਰਦੇ ਹਾਂ। ਤਾਂ ਜੀਵਨ ਸਮਝ ਨਹੀਂ ਆਉਂਦਾ ਕਿ ਦੁੱਖ ਦਾ ਭਰਿਆ ਹੈ। ਮਹਾਰਾਜ ਕਹਿੰਦੇ ਹਨ ਕਿ ਅਸੀਂ ਜੋ ਲੋਕ ਹਾਂ, ਅਸੀਂ ਅਨੇਕ ਜੋਨੀ ਭਰਮ ਆਵੇ। ਅਨੇਕ ਜੋਨੀ ਵਿੱਚ ਭਰਮ ਵਿੱਚ ਚਲਦੇ ਜਾ ਰਹੇ ਹਾਂ, ਡਿਵੋਇਡ ਆਫ ਰਿਐਲਿਟੀ। ਕਿਉਂਕਿ ਸਾਨੂੰ ਮਾਇਆ ਦੀ ਕੁਕੂਮ ਵਿੱਚ ਪ੍ਰਗਟ ਕੀਤਾ ਗਿਆ ਹੈ ਦੁਨੀਆ ਵਿੱਚ। ਅਸੀਂ ਉਸ ਮਾਇਆ ਤੋਂ ਬਾਹਰ ਹੀ ਨਹੀਂ ਜਾ ਪਾਉਂਦੇ। ਤਾਂ ਮੌਤ ਜਿਹੜਾ ਬਟਰਫਲਾਈ ਬਣਨਾ ਹੈ, ਉਹ ਬਣ ਹੀ ਨਹੀਂ ਪਾਉਂਦਾ। ਉਹ ਆਪਣੇ ਹੀ ਨੈਸਟ ਵਿੱਚ ਖਤਮ ਹੋ ਜਾਂਦਾ ਹੈ, ਜਦਕਿ ਉਹ ਮੌਤ ਦੀ ਰਿਐਲਿਟੀ ਟੈਂਪਰਰੀ ਹੈ।
ਉਹਦਾ ਅਲਟੀਮੇਟ ਗੋਲ ਬਟਰਫਲਾਈ ਹੈ। ਇਸੇ ਤਰ੍ਹਾਂ ਸਾਡਾ ਜੀਵਨ ਹੈ। ਸਾਨੂੰ ਹਉਮੈ ਰੂਪੀ ਜੀਵਨ ਮਿਲਿਆ ਹੈ, ਪਰ ਇਸ ਤੋਂ ਮੁਕਤ ਹੋ ਕੇ ਅਸੀਂ ਇੱਕ ਆਜ਼ਾਦੀ ਦਾ ਜੀਵਨ ਲੱਭਣਾ ਹੈ, ਜਿਹੜਾ ਸਦਾ ਵਿਕਾਸ ਵਿੱਚ ਹੈ। ਅਸੀਂ ਇਹਨੂੰ ਛੱਡ ਨਹੀਂ ਪਾਉਂਦੇ ਹਉਮੈ ਕਰਕੇ, ਕਿਉਂਕਿ ਮੈਂ ਹਾਂ, ਮੈਂ ਇਹ ਹਾਂ, ਮੇਰਾ ਇਹ ਰੂਪ ਹੈ। ਤਾਂ ਚੇਂਜ ਤੋਂ ਮੈਂ ਐਕਸੈਪਟੈਂਸ ਵਿੱਚ ਨਹੀਂ ਚੱਲਦਾ ਹਾਂ, ਉਸ ਚੇਂਜ ਨੂੰ ਰੈਜ਼ਿਸਟ ਕਰਦਾ ਹਾਂ। ਇਸ ਕਰਕੇ ਮੈਨੂੰ ਉਹਦਾ ਗਿਆਨ ਨਹੀਂ ਮਿਲਦਾ ਹੈ ਕਿ ਮੈਂ ਕੀ ਹੋ ਸਕਦਾ ਹਾਂ, ਮੇਰੇ ਅੰਦਰ ਕੀ ਪੋਸਿਬਿਲਿਟੀਜ਼ ਹੋ ਸਕਦੀਆਂ। ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ, ਤੋਹੇ ਸੰਗ ਸਮਾਏ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੇ ਸੰਗ ਸਮਾਈ। बड़ा पावरफुल शब्द है महाराज। संग मेरे नाल है, बाहर भीतर है, होर है ही कोई नहीं उस निरंकार तो इलावा। पर मैं जानदा ही सिर्फ दूसरे नूं हां, उसनूं जानदा ही नहीं हां महाराज। इस करके परम विच कई जोनी मैं चलदा ही जा रहा हां। किवें जीवन है महाराज? एक नशा लेना है जीवन का, नशे बिना कोई जीवन नहीं है। मैं कित्थों नशा ले रहा हाँ, कित्थों रस ले रहा हाँ, कित्थों स्टिमुलेशन ले रहा हाँ, यह डिफाइन करता है मेरा जीवन की बनेगा। अगर मेरा रस आत्मा तो आ जाए महाराज, तो फिर दूसरा गिर जाएगा जीवन में। दूसरे दी फिर हजूरी नहीं लोड़ है मैनू। दूसरा होएगा भी तो मैनू ना रस नहीं आएगा उहदे चों, क्योंकि मन विच हुण आनंद प्रगट हो गया है महाराज। जान लिया है मैं कि एक रतन है मेरे कोल, तो हुण कौडी नूं मैं देख के भी क्यों खेडांगा उहदे विच। महाराज इस तरह का जीवन दस रहे हैं सानू। हीरे जैसा जन्म है, कौडी बदले जाए। यह जन्म में एक हीरा मिलिया है हजूर, एक आनंद का हीरा है जिहड़ा मेरे तो कोई ले नहीं पाएगा। फिर जिहदे च अमृत वर्खा बहती है, और वह है किथे? तोहे संग समाई। लभना किथे है महाराज? पोप मद जो बास बसत है, मुकुर माए जैसे छाई, तैसे ही हर बसे निरंतर। देखो महाराज, तैसे ही हर बसे निरंतर। मेरे निरंतर हरि बसदा है, और कोई नहीं है। घट ही खोजो पाई, उहदा रस्ता अंदरों ही मिलेगा। 11वीं डायरेक्शन कहते हैं सूफी महाराज, अंतर जाना है हजूर। तैसे ही हर बसे निरंतर, घट ही खोजो पाई। ਇਹ ਤਾਂ ਵਪਾਰੀ ਹਨ ਸੱਤ ਦੇ, ਜਿਹੜੇ ਇਸ ਖੇਡ ਨੂੰ ਖੇਡਦੇ ਹਨ। ਗੁਰੂ सच ਦਾ ਵਪਾਰੀ है, सिख सच ਨੂੰ ਲੱਭਦਾ है। जिसकी वस्तु तिस आगे रखे, प्रभ की आज्ञा माने माथे। वो जान लिया इत्थे तक कोई है नहीं और महाराज, यह सब तो तेरा ही है, तो तेनू ही अर्पण कर देना। तेरी हजूरी नू मैं जीवन में उतार लेना। एक तू ही निरंकार, एक तू ही निरंकार दी कथा है महाराज। मेरा जीवन मैं करदे ही बीत रहा है। भगत तां तू ही दी धुन विच मस्त हो गया है, जुड़ गया है, सतोरी लग गई है। हुण इस दुनिया ते डिपेंडेंस नहीं है हजूर, आनंद है महाराज। हुण आनंद रूप रवियो सब मध्य, जतकत पेखू जाए। फिर की होता है हजूर? जदों सतगुर मुक्त ना पाए, बिना गुरु दे होर कोई रास्ता नहीं है। इत्थे गुरु ही है, सारा सारा दारो मदार ही गुरु है।
फिर मुक्त पाए लाग चरनी। जद मैनू यह ज्ञान हो गया कि गुरु ही मालक है सारी गेम का, तो उहदे चरण लग गया। अपना हृदय अपने मन विच गुरु नूं बसा लिया है महाराज, क्योंकि गुरु सर्वव्यापक शक्ति है। गुरु बाहर भीतर एक हो जाने, उस एक ओंकार दे दर्शन हैं महाराज। फिर मुक्त पाए लाग चरनी, सतगुर शब्द सुनाए। फिर गुरु ने शब्द सुनाया जोड़न नूं। तुर की बाणी आई, तिन सगली चिंत मिटाई। वाहो वाहो, बाणी निरंकार है। निरंकार नूं जुड़ लिया है महाराज बाणी नाल। बाणी नाल जुड़ के निरंकार नाल जुड़ गया है। निरंकार दा कोई शेप फॉर्म नहीं है हजूर, तब मैं किसी शेप और फॉर्म का ध्यान नहीं करांगा, मैं सिर्फ शब्द नूं मन विच उतारांगा हजूर। एक एक्सपीरियंशियल गल है। ऐ मन लहजियो उन मन रहे, ता तीन लोग की बातें कहे। मैं तो उस अवस्था नूं लभदा हां महाराज। मैनू वो अवस्था मिले जिहड़ी इस शरीर रूपी मन तो त्याग के उस उन मन की अवस्था का ज्ञान दे दे, मैनू जोड़ दे, जिहदे करके योग शब्द बनिया। योग का मतलब है जुड़ना, योगा। पतंजलि सूत्र जो कई हजार साल पहले लिखिया गया, उहदे पिछे योग शब्द है। जुड़ना है महाराज, मन विच जुड़ना है, मन विच हजूरी आनी है, मन विच प्रगटावा होना है, मन विच ही आनंद होना है, और मन दा नेचर बदल जाना है। हौमे रूपी मन तो पार जदों उन मन विच जाएगा तो महाराज कहते हैं कि समा जाएगा। यह दो अवस्थावां महाराज ने कहियां हन। एक तो कर्म दी है, कर्म दे जीवन विच आवागमन है, नदर दे जीवन विच समा जाना है, ठहराव है, आनंद दे विच हुण स्टेबिलिटी है। जदों मन कढ़िया गया शब्द नाल, संत कहते सन त्याग दे अपनी पिछली रात, त्याग दे, उहदे विच अभ्यास कर। अज विचारदे सी सवेरे रूमी जी, रूमी कहता है जिसने राज करना है दुनिया विच, वो पिछली रात भिखारी बन जी। कदे करके देखना, कुछ दिन की बिगड़ता है, कुछ दिन ट्राई करिए। फिर महाराज की दसदे हैं, फिर मुक्त पाए, मुक्ति मिल गई है, फिर आजादी मिल गई है, आनंद की कोई कंडीशन नहीं रह गई हैं। जीवन विच अमृत की बरखा हो गई है महाराज। शब्द सतगुर शब्द सुनाए। कई जन्म भ्रमण तो बाद सतगुर ने शब्द सुना दिता है। कहे नानक विचार देखो, विन सतगुर मुक्त ना पाए। इनू विचार के देखिए कि इथों आजादी किवें मिलेगी इस जीवन चो, एक कर्म दे जीवन तो आजाद किवें होवांगे। इस विचार की लोड़ है महाराज कहते हैं। ऐसे दा ज्ञान प्राप्त करना है। जीवन का तत्त ही इत्थे है। जीवन के आंसर्स हैं जिथे जीवन के प्रश्न होण, और जदों प्रश्न गिर जाण तब मन समा जाता है फिर प्रेम दे विच। फिर गुरु नूं प्रश्न नहीं पुछदा है, तब तक प्रश्न पुछदा है जब तक गुरु और मेरा मन नहीं मिलता। जदों मिल जाता है तो फिर प्रश्न नहीं रहते हैं, क्योंकि मैं ही गिर गया है।
कोई मिलन आया गुरु कोल। गुरु ने पूछा की पुछदा है? बोला महाराज जब तक थोड़े कोल नहीं पहुंचया अनेक ही प्रश्न चलते सन, इत्थे आंदे ही हुण कोई प्रश्न नहीं है, हुण तक घर आ गया हाँ महाराज, हुण काहदा प्रश्न रह गया? प्रश्न कित्थों आंदे हन? मैं तो आंदे हन, हौमे तो आंदे हन महाराज। मेरी कन्फ्यूजन प्राइमरी ड्रेनिंग एनर्जी लाइफ दी कन्फ्यूजन है, जिसनू भ्रम किया है महाराज ने। मैं कन्फ्यूज हो जाता, बाद दफा फिजिकल और स्पिरिचुअल प्लेन्स दे विच कन्फ्यूज हो जाता कि फिजिकल विच कुछ वरतदा है और स्पिरिचुअलिटी में कुछ सोचदा हाँ, और इन्हां दोनों दे विच मैं कन्फ्यूज हो जाता हाँ। फिर बाद दफा असीं कहंदे हां कि जदों सब कुछ ठीक हो जाएगा तां अभ्यास करांगे। फिजिकल विच तां चेंज ही आंदे रहने हैं। अभ्यास दे मन नूं शांत करके एकागर करन दी विधि है। संत समझांदे सन जदों नहीं ठहरे तां अरदास कर, अंधकूप में पतित विकराल, नानक काढ़ लियो प्रभ दयाल। करतार करुणा में दीन बेनती करे पुकार। फिर कहते सन आप तो ना हो सके संग तो करा लीए, संगत विच करा ली। संगत विच बैठदे ही की पता चल पे। यह लंबी दौड़ है, इत्थे गुरु नूं मिलना है, पर एक बड़ी प्राइमरी चीज जिहड़ी समझण वाली है कि इत्थे टाइम और स्पेस डोमिनेंट नहीं है। मैं कितना चिर आराध्या, डोमिनेंट एनर्जी यह है किस इंटेंसिटी नाल आराध्या। जद मैं अपना हौमे पूरी गेर के आराध्या तां एक खिण भी बथेरा है महाराज। मिलन दा ते एक किणका ही बथेरा है। हनेरे दे विच एक ही बिंदु प्रकाश दा आ जाए, हनेरा मुक जांदा है महाराज। तो मैं किस इंटेंसिटी नाल उसनूं आराधदा हां। रूमी बड़ी प्यारी गल करदा है, कह रहा दुख है बहुत ज्यादा, कोई रस्ता नहीं लभदा है, यही समा है अरदास करन दा। सब कुछ गिर गया है, पूरी शक्ति लगा दे इहदे विच ही। दुख दारू सुख रोग पिया। महाराज अध्यात्म की गल करते हैं, महाराज स्पिरिट की गल करते हैं, आत्मा की गल करते हैं, सदा विकास के जीवन की गल करते हैं, निरंकार की गल सुना रहे हैं हजूर। उस देश की हवा की गल करते हैं जिथे मैं नहीं पहुंच सकता हाँ महाराज। महाराज सानू जोड़न विच यतन कर रहे हैं, हौमे नूं घेर के शब्द दे राही सानू जोड़ना चाहते हैं। अगर मैं गुरु वल मुख करके जियांगा तां। महाराज उस अवस्था का नरेशन कर रहे हैं जिहड़ी मैं पूरी तरह कॉम्प्रीहेंड नहीं कर सकता, पर अगर पूरी इंटेंसिटी नाल मैं अराधा तो फिर मैं उहदे विच एक्सपीरियंस कर सकदा। यही लगता है मैनू भी ज्ञान नहीं है। एक पल जिन एक खिंते आयो, काल फास के बीच ना आयो। इत्थे यह मैटर नहीं करता मैं कितनी चिर करया है, यह मैटर करता है कितनी कंप्लीटनेस नाल मैं करदा हाँ। अगर मेरा मन दो बेड़ियां च है तो अधूरा है, फिर यदि एनर्जी अद्धी लगती है। अगर पूरा मन नाम विच भिज गया है तो फिर नाम का रूप हो गया, फिर हौमे मिट गई है महाराज। मैं बहुत इंटेंसिटी नाल कुछ करता हाँ, सारे जीवन में कर रहा हाँ,
ਆਰਾਧਨਾ ਨਹੀਂ ਕਰ ਪਾਉਂਦਾ, ਪਰ ਅੰਤਰ ਮਨ ਇਕਾਗਰ ਹੁੰਦਾ ਜਾ ਰਿਹਾ ਹੈ, ਮਨ ਘੜਿਆ ਜਾ ਰਿਹਾ ਹੈ, ਮਨ ਵਿੱਚ ਸ਼ਬਦ ਦੀ ਹਜ਼ੂਰੀ ਹੈ, ਟੁਰਦੇ ਫਿਰਦੇ ਭਗਤੀ ਹੁੰਦੀ ਮਹਾਰਾਜ, ਟੁਰਦੇ ਫਿਰਦੇ। ਇਹਦਾ ਫਿਰ ਕੋਈ ਪੈਰਾਡਾਈਮ ਨਹੀਂ ਹੈ ਕਿ ਮੈਂ ਬੈਠ ਕੇ ਹੀ ਕਰਾਂਗਾ। ਗੁਰੂ ਸਮਝਾਉਂਦੇ ਹਨ ਕਿ ਸੋਵਤ ਜਾਗਤ ਉਠਤ ਬੈਠਤ, ਇੱਥੇ ਕੋਈ ਫਿਜ਼ੀਕਲ ਡੋਮਿਨੈਂਸ ਨਹੀਂ ਰਹਿ ਜਾਂਦੀ, ਫਿਰ ਮਨ ਦੀ ਅਵਸਥਾ ਹੈ ਮਹਾਰਾਜ ਉਡਾਰੀ ਦੀ। ਤਾਂ ਦੁੱਖ ਵਿੱਚ ਵੀ ਉਸ ਚਾਪ ਵਿੱਚ ਚੱਲਦਾ ਹੈ, ਕੜਿਆ ਹੈ, ਕੜੇ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਗਏ ਮੁਸ਼ੱਕਤ ਕਾਲ। ਤਾਂ ਉਹ ਜਿਹੜਾ ਜੀਵਨ ਹੈ ਮਹਾਰਾਜ, ਉਹ ਜੀਵਨ ਮੈਨੂੰ ਆਜ਼ਾਦ ਕਰਦਾ ਹੈ ਫਿਜ਼ੀਕਲ ਪ੍ਰੈਜ਼ੈਂਸ ਤੋਂ, ਆਜ਼ਾਦ ਕਰਦਾ ਹੈ ਹਜ਼ੂਰ, ਬੰਧਨ ਚੋਂ ਆਜ਼ਾਦ ਕਰਦਾ ਹੈ। ਔਰ ਹਰ ਬੰਧਨ, ਜੀਵਨ ਦਾ ਹਰ ਐਸਪੈਕਟ ਇੱਕ ਤਰ੍ਹਾਂ ਨਾਲ ਬੰਧਨ ਹੈ। ਮੇਰਾ ਸਰੀਰ ਵੀ ਇੱਕ ਤਰ੍ਹਾਂ ਦਾ ਬੰਧਨ ਹੈ। ਤਾਂ ਭਗਤ ਕਬੀਰ ਕਹਿੰਦੇ ਹਨ ਕਿ ਜਦੋਂ ਸਰੀਰ ਗਿਰੇਗਾ ਤਾਂ ਪਰਮਾਨੰਦ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਜਿਹੜੀ ਫਿਰ ਆਖਰੀ ਦੀਵਾਰ ਹੈ ਉਹ ਵੀ ਗਿਰ ਗਈ ਹੈ ਮਹਾਰਾਜ। और फिर मेरे ते यह बंधन नहीं है, मैं जरूर ही जन्म लेना है। फिर वो मेरी इच्छा है। पंज तत्व को तन रचियो, संत तां फिर पंजा तत्तां नूं मिलांदा है, जदों जी करदा है जन्म ले लैंदा है। जदों जी करदा है। गुरु एक ऐसी अवस्था की कहानी दस रहे हैं जिहदे नाल अगर मैं मन नूं शब्द नाल लीन करा, आनंद दे विच बिठावां, और जदों मैं कई चिर इस मन नूं करदा जा रहा हाँ, फिर एक खिन वास्ते भी अगर मैं पूरी तरह आराधदा हाँ निरंकार नूं, तां फिर निरंकार दा रूप हो जांदा, फिर सब गिर जांदा है। फिर यह जितना ही समा निकलिया जिहदे विच भगती हो रही सी, उहदा फल आनंद दे रूप विच प्रगट हो गया, एक खिण विच ही, एक पल विच ही। मानस ते देवते किए करत ना लागी वार। नर ते सुर होए जात निमुख में, सतगुर बुद्ध सिखलाई। निमुख विच ही कहते हैं नर ते सुर हो गया, देवता हो गया। जीवन तां शरीरक जीवन सी, देवता बन गया। निमुख में पलक झपकण दा समा है महाराज। मन की तैयारी होए तां एक निमुख ही बथेरा है, और मन की तैयारी ना होए तां आजीवन व्यर्थ जा सकता है। गल इत्थे है महाराज, इसनूं पकड़ लीए, अभ्यास विच जीवन नूं लगाइए। हजूर अरदास रखिए महाराज सानू जीवन का निचोड़ समझ आए, अपने जीवन की एनर्जी नाम विच लगाइए, आनंद नूं भालण विच लगाइए, जुड़न दी योग दे विच, सुरत और शब्द दे योग दे विच लगाइए महाराज। नर ते उपज स्वर्ग को जीत्यो, सो औखद मैं पाई। स्वर्ग नूं जित लिया। जीवन तां नर तां सी, इंसान दा जीवन सी, पर स्वर्ग पा लिया। इनू मुक्ति कहंदे हन, आजादी कहंदे हन महाराज। 22वीं पौड़ी दी है उत्तम विचार, इतनी ही प्रवान करना हजूर।
कह नानक विचार देखो विण सतगुर मुक्त ना पाए। गुरु दी शब्द और गुरु दी हजूरी तो मुक्ति मिलेगी। गुरु सदा व्यापक है, सदा हाजिर है, सदा हजूरी विच है महाराज। इतनी विचार अज दी प्रवान करना, भुलना खिमा खिमा कर देनिया मेरिया। धन गुरु अमरदास साहिब, बहुत धन्यवाद है। भूल छिमो हमरी प्रभापन भूलनहार, कहाँ को मोसो। वाहिगुरु जी का खालसा, वाहिगुरु जी की फतेह।